ਬੂਟਾ ਜੀ ਸੁਣਨ ਦੇ ਵਿੱਚ ਆਇਆ ਕਿ ਤੁਹਾਡੇ ਨਾਲ ਵੀ ਕਿਸੇ ਭਾਜਪਾ ਦੇ ਸੀਨੀਅਰ ਮੰਤਰੀਆਂ ਦੀ ਗੱਲਬਾਤ ਹੁੰਦੀ ਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਚਾਹੁੰਦੇ ਨੇ ਵੀ ਗੱਲ ਕਰੋ ਸਾਡੇ ਨਾਲ ਆ ਕੇ ਬੈਠ ਕੇ ਆਪਾਂ ਤਾਂ ਮਸਲੇ ਦਾ ਹੱਲ ਕਰ ਲਈਏ, ਵਿਚਾਰ ਰਹੇ ਹਾਂ ਅਸੀਂ। ਫਿਰ ਕਿਸਾਨ ਕਿਉਂ ਨਹੀਂ ਕਰ ਰਹੇ ਗੱਲ? ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਪ੍ਰਧਾਨ ਮੰਤਰੀ ਨੂੰ ਕਿ ਚਿੱਠੀਆਂ ਦੇ ਨਾਲ ਗੱਲ ਬਣੇਗੀ। ਚਿੱਠੀ ਲਿਖਣ ਨਾਲ ਕੀ ਹੋ ਜਾਊਗਾ? ਕੁਝ ਨਹੀਂ ਹੁੰਦਾ। ਜੇਕਰ ਚਿੱਠੀ ਲਿਖਣੀ ਹੈ ਹੋ ਸਕਦਾ ਸੀ ਉਹਦੇ 'ਚ ਟਾਈਮ ਵੀ ਪਾ ਦੇਣਾ, ਜਿਵੇਂ ਪਿਛਲੀ ਵਾਰੀ ਅਸੀਂ ਪਾਇਆ ਸੀ। ਹੋ ਸਕਦਾ ਉਹ ਚਿੱਠੀ ਦਾ ਵਜਨ ਇਹਦੇ ਨਾਲੋਂ ਵੀ ਜ਼ਿਆਦਾ ਹੁੰਦਾ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚਿੱਠੀ ਲਿਖੀ ਗਈ ਆ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨ, ਪਰ ਤੁਸੀਂ ਤਾਂ ਕਿਹਾ ਹੋਇਆ ਕੋਈ ਸਿਆਸੀ ਸਾਨੂੰ ਕਿਸੇ ਦੀ ਲੋੜ ਨਹੀਂ, ਕਿਸੇ ਦੀ ਜ਼ਰੂਰਤ ਨਹੀਂ, ਪਰ ਉਹ ਆਪਣੀਆਂ ਸਿਆਸੀ ਜਿਹੜੀਆਂ ਰੋਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਨੇ। ਮੈਂ ਇੱਕ ਗੱਲ ਕਹੀ ਹੈ, ਬੇਸ਼ੱਕ ਇਹਦੇ ਨਾਲ ਸਾਡੇ ਕਿਸਾਨ ਆਗੂ ਸਹਿਮਤ ਹੋਣ ਜਾਂ ਨਾ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਮੈਂ ਇੱਕ ਗੱਲ ਕਹਿੰਦਾ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪਣਾ ਕੇਡਰ ਲੈ ਕੇ ਉੱਥੇ ਜਾ ਕੇ ਬਹਿ ਜਾਣਾ ਚਾਹੀਦਾ। ਬੂਟਾ ਜੀ ਗੱਲ ਕਹੀ ਜਾਂਦੀ ਹੈ ਕਿ ਏਕਾ ਤੇ ਸਬਰ ਜਿਤਾਉਂਦਾ। ਹੁਣ ਚਿੱਠੀ ਤਾਂ ਤੁਸੀਂ ਤੋਰਤੀ, ਕਿ ਸਬਰ ਵੀ ਦੇਖਣਾ ਪਰਖ ਰਹੇ ਨੇ ਉਹ ਕਿ ਹਾਲੇ ਤੱਕ ਜਿਵੇਂ ਕੋਈ ਉਧਰੋਂ ਸੱਦਾ ਨਹੀਂ ਆਇਆ। ਅਸੀਂ 2024 ਤੱਕ ਇਹਨੂੰ ਚਲਾ ਸਕਦੇ ਹਾਂ। 2024 ਤੋਂ ਲੰਮਾ ਸਮਾਂ ਤੇ ਇਹਨਾਂ ਕੋਲ ਹੈ ਨਹੀਂਗਾ। 2024 ਦੀਆਂ ਇਲੈਕਸ਼ਨਾਂ 'ਚ ਜੇਕਰ ਅੰਦੋਲਨ ਚੱਲਦਾ ਰਿਹਾ ਖਾਨ ਸਾਹਿਬ, 2024 'ਚ ਲੋਕਾਂ ਨੇ ਇਹਨਾਂ ਨੂੰ ਘਰਾਂ 'ਚ ਨਹੀਂ ਵੜਨ ਦੇਣਾ। 22 ਜਨਵਰੀ ਨੂੰ ਤੁਹਾਡੀ ਆਖਰੀ ਜਿਹੜੀ ਆ ਮੀਟਿੰਗ ਹੋਈ ਸੀ ਕੇਂਦਰ ਦੇ ਨਾਲ, ਪਰ ਜੇ ਚਿੱਠੀ ਲਿਖਣੀ ਸੀ ਉਹ ਪਹਿਲਾਂ ਹੀ ਲਿਖ ਦਿੰਦੇ। 472 ਜਥੇਬੰਦੀਆਂ ਨੇ, ਕਈ ਵਾਰਾਂ ਵਿਚਾਰਾਂ ਕਰਦਿਆਂ ਤੁਸੀਂ ਦੱਸੋ 472 ਜਥੇਬੰਦੀਆਂ ਦੇ ਨਾਲ ਸੰਪਰਕ ਕਰਨਾ ਕਿੰਨਾ ਸਮਾਂ ਲੱਗਦਾ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਇੱਕ ਕਾਲ ਦੀ ਦੂਰੀ ਤੇ ਆ, ਨੰਬਰ ਤੁਹਾਨੂੰ ਕੋਈ ਦਿੱਤਾ ਨਹੀਂ ਸੀ ਗਿਆ। ਤੁਸੀਂ ਹਰ ਵਾਰ ਇਹੀ ਗੱਲ ਕਹਿੰਦੇ ਕਿ ਸਾਨੂੰ ਨੰਬਰ ਜਾਰੀ ਕਰਵਾ ਦਿਓ ਜਿਹੜੀ ਕਾਲ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਆਹ ਮੇਰਾ ਟੈਲੀਫੋਨ ਨੰਬਰ ਆ, ਜਦੋਂ ਕਾਲ ਕਰੋ ਮੈਂ ਤਿਆਰ ਆ। ਬਿਲਕੁਲ, ਇਹ ਵੀ ਇੱਕ ਧੋਖਾ ਉਹਨਾਂ ਨੇ ਕੀਤਾ, ਕੋਈ ਪੋਲੀਟੀਕਲੀ ਗੇਮ ਹੀ ਖੇਡੀ ਉਹ ਵੀ ਇਹਨਾਂ ਨੇ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ ਅਸੀਂ ਤਾਂ ਹਮੇਸ਼ਾ ਹੀ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ ਕਿਸਾਨਾਂ ਦੇ ਨਾਲ, ਜਦੋਂ ਮਰਜ਼ੀ ਆ ਕੇ ਗੱਲਬਾਤ ਕਰ ਲੈਣ। ਪਹਿਲੀ ਤਾਂ ਗੱਲ ਉਸ ਦਰਵਾਜ਼ੇ ਦੇ ਨੇ, ਅਜੇ ਤੱਕ ਸਾਨੂੰ ਪਤਾ ਕਿਹੜੇ ਦਰਵਾਜ਼ੇ ਲੰਘ ਕੇ ਜਾਣਾ। ਇੱਕ ਗੱਲ। ਦੂਜੀ ਗੱਲ ਇਹ ਅਸੀਂ ਕਿੱਦਣ ਜਵਾਬ ਦਿੱਤਾ? ਗੱਲ ਗੋਲ-ਮੋਲ ਕਰਦੇ ਨੇ, ਗੋਲ-ਮੋਲ ਗੱਲਾਂ ਨਾਲ ਪੋਲੀਟੀਕਲੀ ਗੇਮ ਚੱਲ ਸਕਦੀ ਹੈ, ਲੇਕਿਨ ਕਿਸਾਨਾਂ ਨਾਲ ਨਹੀਂ ਚੱਲਣਾ। ਕਿਸਾਨ ਜਥੇਬੰਦੀਆਂ ਕਹਿੰਦੀਆਂ ਸਾਨੂੰ ਵਿਚੋਲੀਏ ਦੀ ਲੋੜ ਨਹੀਂ, ਪਰ ਨਾ ਤੁਸੀਂ ਖੁਦ ਮਸਲੇ ਨੂੰ ਸਿਰੇ ਲਾ ਰਹੇ ਹੋ, ਨਾ ਵਿਚੋਲਾ ਕੋਈ ਪੈਂਦਾ ਤਾਂ ਵੀ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ। ਫਿਰ ਗੱਲ ਦੇ ਨਵੇੜਾ ਤਾਂ ਜਿਹੜਾ ਤੁਸੀਂ ਵੀ ਕਹਿ ਰਹੇ ਹੋ ਟੇਬਲ ਟਾਕ ਤੇ ਹੀ ਮੁੱਕਣੀ ਆ ਗੱਲ ਤਾਂ। ਜਿੱਦ ਜਿਹੜੀ ਉਹ ਬਹੁਤ ਪੱਕੀ ਹੋ ਚੁੱਕੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਰੇ ਵਰਗਾਂ ਦੀ, ਸਾਰਾ ਦੇਸ਼ ਇਕੱਠਾ ਹੋ ਗਿਆ ਇਸ ਮਸਲੇ ਉੱਤੇ। ਇਹ 2024 ਤੱਕ ਵੀ ਲਿਜਾ ਸਕਦੇ ਨੇ, ਪਰ ਦੱਸੋ ਉਹਦਾ ਫਾਇਦਾ ਕੀ ਹੈ? ਭਾਜਪਾ ਲੀਡਰਾਂ ਨੇ ਤਾਂ ਹਜੇ ਵੀ ਤੇਵਰ ਉਹੀ ਨੇ। ਹਰਜੀਤ ਗਰੇਵਾਲ ਵਰਗੇ ਕਹਿੰਦੇ ਨੇ ਕਿ ਅਸੀਂ ਤਾਂ 117 ਦੀ 17 ਸੀਟਾਂ ਜਿੱਤਾਂਗੇ। ਮੈਂ ਤਾਂ ਉਹ ਗਰੇਵਾਲ ਸਾਹਿਬ ਦੀ ਗੱਲ ਤੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਹਨਾਂ ਨੇ ਨਿਬੇੜਨਾ ਨਹੀਂ, ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਕੋਈ। ਇਸ ਦੇ ਵਿੱਚ ਮੇਰਾ ਖਿਆਲ ਹੈ 50% ਤੋਂ ਉੱਤੇ ਲੋਕ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ। ਅੱਜ ਉਹਨਾਂ ਨੂੰ ਇਹ ਸੜਕਾਂ ਤੇ ਰੋਲਦੇ ਰਹਿਣੇ, ਕੱਲ ਨੂੰ ਇਹਨਾਂ ਨੂੰ ਉਹਨਾਂ ਕੋਲ ਜਾਣਾ ਨਹੀਂ, ਕਿਹੜੇ ਮੂੰਹ ਨਾਲੇ ਲੋਕਾਂ ਕੋਲ ਜਾਣਗੇ? ਤੁਸੀਂ ਕਹਿੰਦੇ ਹੋ ਇਹ ਰੱਦ ਕਰਾਉਣੇ ਅਸੀਂ, ਕੇਂਦਰ ਸਰਕਾਰ ਕਹਿੰਦੀ ਅਸੀਂ ਰੱਦ ਨਹੀਂ ਕਰਨੇ, ਫਿਰ ਮਸਲੇ ਦਾ ਹੱਲ ਕਿਵੇਂ ਨਿਬੜੇਗਾ? ਟੇਬਲ ਟਾਕ ਹੋਊਗਾ, ਉਹਦੇ ਵਿੱਚ ਜੇ ਕੋਈ ਉਹ ਦੱਸਣਗੇ ਵੀ ਇੱਥੇ ਸਾਡਾ ਨੁਕਸਾਨ ਹੈ, ਅਸੀਂ ਤਾਂ ਆਪਣਾ ਦੱਸਤਾ ਉਹਨਾਂ ਨੂੰ ਸਾਰਾ। ਪਹਿਲਾਂ ਵੀ 10-11 ਵਾਰੀ ਹੋ ਗਿਆ। ਬੂਟਾ ਜੀ ਗੱਲ ਤਾਂ ਇਹੀ ਹੈ ਨਾ, ਸਵਾਲ ਇਹ ਖੜੇ ਹੁੰਦੇ ਨੇ ਕਿ ਕਰੋਨਾ ਦੀ ਆੜ ਦੇ ਵਿੱਚ ਤਾਂ ਇਹ ਕਾਨੂੰਨ ਲਿਆਂਦੇ ਗਏ ਨੇ, ਇਹ ਬਿੱਲ ਜਦੋਂ ਲਿਆਂਦੇ ਗਏ ਸੀ ਆਰਡੀਨੈਂਸ ਸੀ, ਹੁਣ ਕਰੋਨਾ ਦਾ ਬਹਾਨਾ ਲਾ ਕੇ ਸੰਘਰਸ਼ ਖਤਮ ਕਰਨਾ ਚਾਹੁੰਦੇ ਨੇ। ਬਸ ਤੁਸੀਂ ਆਪ ਉਸ ਟਿਕਾਣੇ ਤੇ ਆ ਗਏ, ਇਹ ਮੈਂ ਕਹਿਣਾ ਸੀ, ਇਹ ਤੁਸੀਂ ਕਹਿਤਾ। ਬੂਟਾ ਜੀ 2024 ਤਾਂ ਦੂਰ ਆ, ਪਰ ਪੰਜਾਬ ਦੇ ਵਿੱਚ 2022 ਜਿਹੜੀ ਆ ਨੇੜੇ ਆ ਰਹੀ ਆ। ਪਰ ਸਵਾਲ ਇਹ ਵੀ ਉੱਠ ਰਹੇ ਨੇ ਕਿ ਜਿਵੇਂ ਅੰਦੋਲਨ ਦੇ ਵਿੱਚ ਜਿਹੜੇ ਲੀਡਰ ਨੇ, ਕਈ ਲੀਡਰ 2022 ਦੇ ਵਿੱਚ ਇਹਨਾਂ ਪਾਰਟੀਆਂ ਨਾਲ ਖੜੇ ਦਿਖਾਈ ਦੇਣਗੇ। ਹਰਿਆਣਾ ਦੇ ਵਿੱਚ ਕਿਸਾਨਾਂ ਦੇ ਲਾਠੀ ਚਾਰਜ ਹੋਇਆ, ਪਹਿਲਾਂ ਤਾਂ ਕਿਹਾ ਗਿਆ ਸੀ ਕਿ ਕੋਈ ਕਿਸੇ ਦੇ ਪਰਚਾ ਨਹੀਂ ਹੋਇਆ, 370 ਤੋਂ ਵੱਧ ਜਿਹੜੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਪਰਚੇ ਦਰਜ ਕੀਤੇ। ਜਦੋਂ ਕਿਸਾਨ ਇੰਨਾ ਗੁੱਸੇ ਵਿੱਚ ਹੈ ਤੇ ਕਿਉਂ ਪ੍ਰੋਗਰਾਮ ਰੱਖਦੇ ਨੇ? ਇਹਨਾਂ ਨੂੰ ਕੈਂਸਲ ਕਰਨੇ ਚਾਹੀਦੇ ਨੇ ਆਪਣੇ ਪ੍ਰੋਗਰਾਮ। ਇਹ ਜਾਣ ਕੇ ਲੋਕਾਂ ਦੇ ਵਿੱਚ ਗੁੱਸਾ ਵਧਾ ਰਹੇ ਨੇ। ਸਗੋਂ ਲੋਕਾਂ ਨੇ ਪੱਕਾ ਪ੍ਰੋਗਰਾਮ ਲਿਖ ਲਿਆ ਵੀ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ, ਸਾਡੇ ਇਹ ਮਸਲੇ ਹੱਲ ਨਹੀਂ ਕਰਦੀ, ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ, ਉਹਨਾਂ ਚਿਰ ਇੱਥੇ ਬੈਠੇ ਰਹਾਂਗੇ। ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਮਹਿਮਾਨਾਂ ਦੇ ਨਾਲ ਚਰਚਾ ਕਰਦੇ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਦੇ ਬਾਰੇ ਚਰਚਾ ਕਰਾਂਗੇ, ਕਿਉਂਕਿ 6 ਮਹੀਨੇ ਜਿਹੜੇ ਹੋ ਗਏ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ, ਤੇ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਮੰਚ ਏਕਤਾ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ। ਸਭ ਤੋਂ ਪਹਿਲਾਂ ਬੂਟਾ ਜੀ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਬੂਟਾ ਜੀ 6 ਮਹੀਨੇ ਹੋਣ ਵਾਲੇ ਨੇ ਕਿਸਾਨੀ ਅੰਦੋਲਨ ਨੂੰ, ਪਰ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਆ ਕਿ ਆਖਰ ਕਿਸਾਨੀ ਅੰਦੋਲਨ ਜਾ ਕਿਹੜੇ ਪਾਸੇ ਰਿਹਾ? ਕਿਉਂਕਿ ਕਿਸਾਨੀ ਅੰਦੋਲਨ ਸ਼ਿਖਰਾਂ ਤੇ ਹੈ, ਉਹਦੇ 'ਚ ਕੋਈ ਫਰਕ ਨਹੀਂ। ਜਿਹੜੇ ਪਿਛਲੇ ਸਮੇਂ ਦੇ ਅੰਦਰ ਜਦੋਂ ਫਸਲ ਦਾ ਟਾਈਮ ਸੀ ਸਾਂਭਣ ਦਾ, ਉਦੋਂ ਕਿਸਾਨ ਵਾਪਸ ਆਏ ਕੁਝ ਜੀ, ਤੇ ਸਾਂਭਣ ਤੋਂ ਬਾਅਦ ਤੂੜੀ ਦਾਣਾ
ਤੇ ਨਾਲ ਦੀ ਨਾਲ ਉਸ ਤੋਂ ਬਾਅਦ ਫਿਰ ਕਿਸਾਨ ਜਿਹੜੇ ਨੇ ਫਿਰ ਉਸੇ ਹਿਸਾਬ ਦੇ ਮੁਤਾਬਕ ਟੋਲਿਆਂ ਦੇ ਰੂਪ ਵਿੱਚ, ਜਥਿਆਂ ਦੇ ਰੂਪ ਦੇ ਵਿੱਚ ਫਿਰ ਜਾ ਰਹੇ ਨੇ ਉੱਥੇ ਹੀ। ਪੱਕੇ ਮਕਾਨ ਬਣ ਗਏ, ਜਿਨ੍ਹਾਂ ਨੇ ਕੁੱਲੀਆਂ ਬਣਾਈਆਂ, ਉਹ ਕਾਨਿਆਂ ਵਾਲੀਆਂ, ਉਹਨਾਂ ਨੇ ਕੁੱਲੀਆਂ ਬਣਾਉਣੀਆਂ, ਠੀਕ ਹੈ। ਉਹ ਬਹੁਤ ਵਧੀਆ ਹਵਾਦਾਰ ਕਮਰੇ ਬਣਾ ਕੇ ਲੋਕਾਂ ਨੇ ਪੱਕਾ ਪ੍ਰੋਗਰਾਮ ਲਿਖ ਲਿਆ ਵੀ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ, ਸਾਡੇ ਇਹ ਮਸਲੇ ਹੱਲ ਨਹੀਂ ਕਰਦੀ, ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ, ਉਹਨਾਂ ਚਿਰ ਇਸ ਤੇ ਬੈਠੇ ਰਹਾਂਗੇ। ਅੰਦੋਲਨ 'ਚ ਕੋਈ ਫਰਕ ਨਹੀਂ ਆਇਆ। ਉਦੋਂ ਥੋੜਾ ਜਿਹਾ ਸਮਾਂ ਸੀ ਜਦੋਂ ਦਾਣਾ ਫੱਕਾ ਸਾਹਮਣਾ ਸੀ, ਉਦੋਂ ਵਾਕਈ ਕਿਸਾਨ ਵੀ ਵਾਪਸ ਆਇਆ ਤੇ ਮਜ਼ਦੂਰ ਵੀ ਵਾਪਸ ਆਇਆ, ਤੇ ਉਹ ਸਾਹਮਣ ਤੋਂ ਬਾਅਦ ਇਹ ਦੋਵੇਂ ਜਿਹੜੇ ਨੇ, ਦੋਵੇਂ ਧਿਰਾਂ ਇਹ ਡਟ ਕੇ ਉੱਥੇ ਬੈਠੇ ਹੋਏ ਨੇ। ਬਾਕੀ ਵੀ ਸਾਰੀਆਂ ਜੋ ਜਿਹੜੇ ਵਰਗ ਨੇ, ਹਰ ਵਰਗ ਵੱਲੋਂ ਇਹਨੂੰ ਸਹਿਯੋਗ ਹੋ ਰਿਹਾ ਔਰ ਵੱਡੇ ਪੱਧਰ ਤੇ ਹੋ ਰਿਹਾ, ਚਾਹੇ ਉਹ ਦੁਕਾਨਦਾਰ ਹੋਵੇ, ਚਾਹੇ ਉਹ ਮੁਲਾਜ਼ਮ ਹੋਵੇ, ਚਾਹੇ ਛੋਟਾ ਵਪਾਰੀ ਹੋਵੇ, ਸਾਰਿਆਂ ਦਾ ਬਹੁਤ ਵੱਡੇ ਪੱਧਰ ਤੇ ਸਹਿਯੋਗ ਹੈ। ਤੇ ਤਾਂ ਹੀ ਇਹ ਅੰਦੋਲਨ ਹੈ ਜਿਹੜਾ ਇਹ ਸ਼ਾਂਤਮਈ ਢੰਗ ਦੇ ਨਾਲ 6 ਮਹੀਨੇ ਪੂਰੇ ਕਰਨ ਜਾ ਰਿਹਾ ਸਰਕਾਰ ਨੂੰ। ਪਰ ਅਜੇ ਸਰਕਾਰ ਦੀ ਅੱਖ ਨਹੀਂ ਖੁੱਲ ਰਹੀ। ਦੇਖੋ, ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਸਰਕਾਰ ਜਾਗੇ, ਇਹ ਅੰਦੋਲਨ ਹੈ ਜਿਹੜਾ ਇਹ ਸਮਾਪਤ ਹੋਵੇ, ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਲੋਕ ਆਪੋ ਆਪਣੇ ਘਰਾਂ ਨੂੰ ਜਾਣ। ਜੀ ਬੂਟਾ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਇੱਕ ਕਾਲ ਦੀ ਦੂਰੀ ਤੇ ਨੰਬਰ ਤੁਹਾਨੂੰ ਕੋਈ ਦਿੱਤਾ ਨਹੀਂ ਸੀ ਗਿਆ, ਤੁਸੀਂ ਹਰ ਵਾਰ ਇਹੀ ਗੱਲ ਕਹਿੰਦੇ ਕਿ ਸਾਨੂੰ ਨੰਬਰ ਜਾਰੀ ਕਰਵਾ ਦਿਓ ਜਿਹੜੀ ਕਾਲ ਦੀ ਗੱਲ ਕਰਦੇ ਪ੍ਰਧਾਨ ਮੰਤਰੀ ਮੋਦੀ। ਪਰ ਹੁਣ ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਪ੍ਰਧਾਨ ਮੰਤਰੀ ਨੂੰ, ਕਿ ਚਿੱਠੀਆਂ ਦੇ ਨਾਲ ਗੱਲ ਬਣੇਗੀ? ਦੇਖੋ, ਚਿੱਠੀ ਲਿਖੀ ਗਈ ਹੈ, ਮੈਨੂੰ ਵੀ ਪਤਾ ਲੱਗਿਆ ਵੀ ਚਿੱਠੀ ਲਿਖੀ ਹੈ, ਪਰ ਉਹਦੇ ਬਾਰੇ ਟੋਟਲ ਕਲੀਅਰ ਮੈਨੂੰ ਨਹੀਂ ਪਤਾ ਉਹਦੇ ਵਿੱਚ ਲਿਖਿਆ ਕੀ ਗਿਆ, ਕਿਉਂ ਮੈਂ ਪੰਜਾਬ ਸੀਗਾ ਜਦੋਂ ਚਿੱਠੀ ਲਿਖੀ ਗਈ ਹੈ ਬਾਅਦ ਦੇ ਵਿੱਚ, ਤੇ ਉਹਦੇ ਬਾਰੇ ਮੈਂ ਉਹਨਾਂ ਚਿਰ ਖੁੱਲ੍ਹ ਕੇ ਕੁਝ ਦੱਸ ਨਹੀਂ ਸਕਦਾ ਜਿੰਨਾ ਚਿਰ ਮੈਨੂੰ ਉਹਦੇ ਬਾਰੇ ਪੂਰਾ ਗਿਆਨ ਨਹੀਂ ਹੈਗਾ। ਮੈਂ ਪੜ੍ਹੀ ਨਹੀਂ, ਨਾ ਮੈਨੂੰ ਪਤਾ ਲੱਗਿਆ। ਪਰ ਇਹਨਾਂ ਵੀ ਚਿੱਠੀ ਲਿਖਣ ਦੇ ਨਾਲ ਜੋ ਪਤਾ ਲੱਗਿਆ ਵੀ ਚਿੱਠੀ ਲਿਖੀ ਹੈ ਕਿ ਸਰਕਾਰ ਇੰਨੇ ਸਮੇਂ ਦੇ ਅੰਦਰ ਅੰਦਰ ਸਾਡੇ ਨਾਲ ਗੱਲਬਾਤ ਕਰੇ, ਅਸੀਂ ਤਿਆਰ ਹਾਂ, ਠੀਕ ਹੈ ਨਾ। ਪਰ ਮੇਰੇ ਖਿਆਲ ਦੇ ਮੁਤਾਬਕ ਜੇਕਰ ਚਿੱਠੀ ਲਿਖਣੀ ਹੈ, ਹੋ ਸਕਦਾ ਸੀ ਉਹਦੇ 'ਚ ਟਾਈਮ ਵੀ ਪਾ ਦੇਣਾ, ਜਿਵੇਂ ਪਿਛਲੀ ਵਾਰੀ ਅਸੀਂ ਪਾਇਆ ਸੀ। ਹੋ ਸਕਦਾ ਉਹ ਚਿੱਠੀ ਦਾ ਵਜਨ ਇਹਦੇ ਨਾਲੋਂ ਵੀ ਜ਼ਿਆਦਾ ਹੁੰਦਾ ਜੇ ਜਿਹੜੀ ਡੇਟ ਤੋਂ ਬਗੈਰ ਲਿਖੀ ਹੈ ਵੀ ਅਸੀਂ ਤਿਆਰ ਹਾਂ। ਜੇ ਡੇਟ ਪਾਈ ਜਾਂਦੀ ਸਰਕਾਰ ਹੋਰ ਘਿਰ ਜਾਂਦੀ ਮੇਰੇ ਖਿਆਲ ਦੇ ਮੁਤਾਬਕ ਵੀ ਇਹਨਾਂ ਨੂੰ ਬੁਲਾਣਾ ਪੈਣਾ। ਪਰ ਬੁੱਟਾ ਜੀ, ਜੋ ਚਿੱਠੀ ਲਿਖੀ ਗਈ ਆ 22 ਜਨਵਰੀ ਨੂੰ ਤੁਹਾਡੀ ਆਖਰੀ ਜਿਹੜੀ ਆ ਮੀਟਿੰਗ ਹੋਈ ਸੀ ਕੇਂਦਰ ਦੇ ਨਾਲ, ਪਰ ਜੇ ਚਿੱਠੀ ਲਿਖਣੀ ਸੀ ਉਹ ਪਹਿਲਾਂ ਹੀ ਲਿਖ ਦਿੰਦੇ। ਇਹ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਜੀ। ਐਡਾ ਲੰਮਾ ਅੰਦੋਲਨ ਹੈ, 472 ਜਥੇਬੰਦੀਆਂ ਨੇ। ਕਈ ਵਾਰਾਂ ਵਿਚਾਰਾਂ ਕਰਦਿਆਂ ਤੁਸੀਂ ਦੱਸੋ 472 ਜਥੇਬੰਦੀਆਂ ਦੇ ਨਾਲ ਸੰਪਰਕ ਕਰਨਾ ਕਿੰਨਾ ਸਮਾਂ ਲੱਗਦਾ ਹੈ, ਜਿਨ੍ਹਾਂ ਦੀ ਅਗਵਾਈ 40 ਕਰ ਰਹੇ ਨੇ। ਮੇਰੇ ਖਿਆਲ ਵੀ 40 ਦੇ ਵਿੱਚ ਵੀ ਗੱਲ ਵਿਚਾਰਨ ਲੱਗਿਆ ਬੜਾ ਸਮਾਂ ਲੱਗ ਜਾਂਦਾ ਹੈ। ਇਸ ਕਰਕੇ ਟਾਈਮ ਇੰਨਾ ਨਿਕਲ ਗਿਆ। ਇਹ ਤਾਂ ਕੋਈ ਗੱਲ ਨਹੀਂ ਹੈਗੀ ਬਈ ਇਹ ਟਾਈਮ ਲੱਗ ਗਿਆ ਜ਼ਿਆਦਾ, ਪਰ ਉਹਦੇ 'ਚ ਸਰਕਾਰ ਦੀ ਨੀਅਤ ਅਜੇ ਸਾਫ਼ ਨਹੀਂ। ਜਿੰਨਾ ਚਿਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੁੰਦੀ, ਇਹ ਪਹਿਲਾਂ ਲਿਖੀ ਗਈ ਚਿੱਠੀ ਚਾਹੇ ਲੇਟ ਲਿਖੀ ਗਈ, ਇਹਦੇ ਵਿੱਚ ਸਭ ਤੋਂ ਵੱਡਾ ਫਰਜ਼ ਹੈ ਜਿਹੜਾ ਅਸੀਂ ਅੰਦੋਲਨਕਾਰੀ ਹਾਂ, ਅਸੀਂ ਆਪਣੀਆਂ ਮੰਗਾਂ ਮੰਨਦੇ ਹਾਂ, ਅਸੀਂ ਸਰਕਾਰ ਦੀ ਬਰੂਹਾਂ ਤੇ ਬੈਠੇ ਹਾਂ। ਸਾਡਾ ਚਿੱਠੀ ਲਿਖਣ ਦਾ ਕੋਈ ਮਹੱਤਵ ਨਹੀਂ ਹੈਗਾ, ਨਾ ਅਸੀਂ ਨਾ ਵੀ ਲਿਖੀਏ ਤਾਂ ਵੀ ਕੋਈ ਡਰ ਨਹੀਂ। ਚਲੋ ਆਗੂਆਂ ਨੇ ਲਿਖਤੀ, ਵਧੀਆ ਕਰਤਾ ਉਹਨਾਂ ਨੇ ਜੋ ਕੁਝ ਹੈਗਾ, ਲੇਕਿਨ ਫਰਜ਼ ਤਾਂ ਸਰਕਾਰ ਦਾ ਬਣਦਾ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਕਾਹਦੇ ਵਾਸਤੇ ਉੱਥੇ ਬੈਠੇ ਹਾਂ? ਚਿੱਠੀ ਸਾਨੂੰ ਲਿਖਣ ਦਾ ਤਾਂ ਫਾਇਦਾ ਜੇ ਅਸੀਂ ਘਰਾਂ 'ਚ ਬੈਠੇ ਹੋਈਏ, ਸਰਕਾਰ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਕੋਈ ਕਰ ਰਿਹਾ। ਅਸੀਂ ਸਰਕਾਰ ਦੀਆਂ ਬਰੂਹਾਂ ਦੇ ਉੱਤੇ ਬੈਠੇ ਹਾਂ, 6 ਮਹੀਨੇ ਪੂਰੇ ਹੋ ਰਹੇ ਨੇ, 26 ਨੂੰ 6 ਮਹੀਨੇ ਪੂਰੇ ਹੋ ਜਾਣੇ ਆ। ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਸਾਨੂੰ ਸੱਦਾ ਪੱਤਰ ਦੇਵੇ, ਟੇਬਲ ਟਾਕ ਤੇ ਗੱਲ ਨਿਬੜਨੀ ਆ। ਜਦੋਂ ਸਰਕਾਰ ਕਹਿੰਦੀ ਹੈ ਜੀ ਕੋਈ ਗੱਲ ਨਹੀਂ ਅਸੀਂ ਬੈਠੇ ਹਾਂ ਜੀ, ਜਦੋਂ ਮਰਜ਼ੀ ਆ ਜਾਓ। ਪ੍ਰਧਾਨ ਮੰਤਰੀ ਸਾਹਿਬ ਸਤਿਕਾਰਯੋਗ ਨੇ, ਅਸੀਂ ਕਹਿੰਦੇ ਹਾਂ ਉਹਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸਾਡਾ ਮਸਲਾ ਲੱਗ ਗਿਆ, ਪਰ ਉਹਨਾਂ ਨੂੰ ਆਹ ਗੱਲ ਕਹਿ ਦੇਣੀ ਸ਼ੋਭਾ ਨਹੀਂ ਦਿੰਦੀ ਵੀ ਇੱਕ ਕਾਲ ਦੀ ਦੂਰੀ ਤੇ ਆ ਜੀ, ਜਦੋਂ ਮਰਜ਼ੀ ਆ ਜਾਓ। ਅਸੀਂ ਦੇਸ਼ ਦੇ ਨਾਗਰਿਕ ਹਾਂ, ਦੇਸ਼ ਦੇ ਵਾਸੀ ਹਾਂ, ਅੰਨ ਨਾਲ ਭੰਡਾਰ ਭਰੇ ਨੇ ਦੇਸ਼ ਦੇ ਇਹਨਾਂ ਲੋਕਾਂ ਨੇ, ਤੇ ਉਹਨਾਂ ਨਾਲ ਵੀ ਇੱਕ ਧੋਖਾ ਕਰਨਾ ਮੈਂ ਧੋਖਾ ਸਮਝਦਾ ਉਸ ਗੱਲ ਨੂੰ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਆਹ ਮੇਰਾ ਟੈਲੀਫੋਨ ਨੰਬਰ ਆ, ਜਦੋਂ ਕਾਲ ਕਰੋ ਮੈਂ ਤਿਆਰ ਹਾਂ। ਬਿਲਕੁਲ, ਇਹ ਵੀ ਇੱਕ ਧੋਖਾ ਉਹਨਾਂ ਨੇ ਕੀਤਾ। ਕੋਈ ਪੋਲੀਟੀਕਲੀ ਗੇਮ ਹੀ ਖੇਡੀ ਉਹ ਵੀ ਇਹਨਾਂ ਨੇ, ਜਿਹੜੀ ਕਿ ਨਹੀਂ ਖੇਡਣੀ ਚਾਹੀਦੀ। ਕਿਸਾਨ ਮਜ਼ਦੂਰ ਦੇ ਨਾਲ, ਦੇਸ਼ ਦੇ ਨਾਲ ਧੱਕਾ ਕਰ ਰਹੇ ਨੇ। ਇਹਨਾਂ ਨੂੰ ਇਸ ਪਾਸੇ ਨਹੀਂ ਚੱਲਣਾ ਚਾਹੀਦਾ, ਇਹਨਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਮੰਗਾਂ ਤੇ ਨਿਬੜਨਾ ਚਾਹੀਦਾ। ਬਿਲਕੁਲ ਬੁੱਟਾ ਜੀ, ਪਰ ਚਿੱਠੀ ਲਿਖਣ ਦੇ ਨਾਲ ਇਹ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਲੱਗਦਾ ਕਿ ਚਿੱਠੀ ਜਿਵੇਂ ਲਿਖੀ ਆ ਕਿ ਕਿਸਾਨ ਜਿਹੜੇ ਝੁੱਕ ਗਏ, ਕਿਉਂਕਿ ਕਿਸਾਨ ਤਾਂ ਹਮੇਸ਼ਾ ਇਹੀ ਗੱਲ ਕਹਿੰਦੇ ਸੀ ਯੈਸ ਔਰ ਨੋ, ਅਸੀਂ ਤਾਂ ਕੋਈ ਉਦੋਂ ਤੱਕ ਕੋਈ ਪਹਿਲ ਕਦਮੀ ਨਹੀਂ ਕਰਨੀ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਕੋਈ ਗੱਲਬਾਤ ਲਈ ਸੱਦਾ ਨਹੀਂ ਆਉਂਦਾ। ਪਰ ਹੁਣ ਆਪ ਹੀ ਚਿੱਠੀ ਲਿਖਤੀ। ਵੇਖੋ, ਇਹ ਤਾਂ ਚਿੱਠੀ ਲਿਖਣ ਵਾਲੇ ਦੱਸ ਸਕਦੇ ਨੇ ਇਹਦੇ ਬਾਰੇ 'ਚ। ਮੈਂ ਝੁਕਣ ਵਾਲੀ ਗੱਲ ਤੇ ਗੱਲ ਕਰਦਾ ਵੀ ਅਸੀਂ ਜੇ ਸਰਕਾਰ ਨੇ ਸਾਨੂੰ ਸੱਦਾ ਪੱਤਰ ਦਿੰਦੀ ਏ, ਅਸੀਂ ਤਾਂ ਵੀ ਨਹੀਂ ਇਹ ਗੱਲ ਕਹਿੰਦੇ ਕਿ ਸਰਕਾਰ ਝੁਕ ਗਈ ਹੈ। ਮੈਂ ਕਈ ਵਾਰ ਪਹਿਲਾਂ ਵੀ ਇਹ ਗੱਲ ਕਹੀ ਹੈ, ਅਗਰ ਜੇ ਅਸੀਂ ਭੇਜਦੇ ਹਾਂ ਤੇ ਸਾਡਾ ਵੀ ਕੋਈ ਝੁਕਣਾ ਨਹੀਂ, ਕਿਉਂਕਿ ਮਸਲਾ ਦੇਸ਼ ਲੈਵਲ ਦਾ। ਇਹਦੇ 'ਚ ਅਸੀਂ ਇੱਕ ਝੁਕਣ ਦੀ ਗੱਲ ਤੇ ਅੜੇ ਰਹੀਏ ਤੇ ਜਾਂ ਫਿਰ ਉਹ ਧੌਣ 'ਚ ਸਰੀਆ ਹੀ ਫਸਿਆ ਰਹੇ, ਗੱਲ ਕਰੀਏ ਹੀ ਨਾ ਤੇ ਦੇਸ਼ ਦਾ ਨੁਕਸਾਨ ਹੋ ਜਾਵੇ, ਉਹ ਲੱਗ ਗੱਲ ਹੈ ਹਨਾ। ਇਸ ਕਰਕੇ ਝੁਕਣ ਵਾਲੀ ਕੋਈ ਗੱਲ ਨਹੀਂ ਹੈਗੀ। ਕਿਸਾਨਾਂ ਨੇ ਚਿੱਠੀ ਲਿਖਤੀ, ਮੈਂ ਕਹਿੰਦਾ ਅਗਰ ਜੇ ਚਿੱਠੀ ਲਿਖੀ ਗਈ ਹੈ ਤਾਂ ਸਰਕਾਰ ਨੂੰ ਇੱਥੇ ਗੌਰ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਇਸੇ ਚਿੱਠੀ ਦੇ ਉੱਤੇ ਸਾਨੂੰ ਸਮਾਂ ਦੇ ਦੇਣਾ ਚਾਹੀਦਾ। ਪਰ ਲੱਗਦਾ ਨਹੀਂ ਕਿ ਜੇ ਸਰਕਾਰ ਨੇ ਗੌਰ ਕਰਨੀ ਹੁੰਦੀ, 3 ਦਿਨ ਤੋਂ ਵੱਧ ਸਮਾਂ ਹੋ ਗਿਆ ਚਿੱਠੀ ਲਿਖੀ ਨੂੰ, ਹਾਲੇ ਤੱਕ ਤਾਂ ਕੋਈ ਸੱਦਾ ਆਇਆ ਨਹੀਂ ਉਹਨਾਂ ਵੱਲੋਂ।
ਫਿਰ ਸਰਕਾਰ ਦੀ ਬਦਨੀਤੀ ਹੋ ਸਕਦੀ ਹੈ। ਫਿਰ ਆਪਾਂ ਸਰਕਾਰ ਦੀ ਬਦਨੀਤੀ ਕਹਿ ਸਕਦੇ ਹਾਂ ਨਾ। ਉਹ ਕਹਿੰਦੇ ਨੇ ਸਰਕਾਰ ਸਾਨੂੰ ਸਮਾਂ ਦੱਸਣ, ਚਲੋ ਠੀਕ ਹੈ, ਸਮਾਂ ਨਹੀਂ ਦੱਸਿਆ, ਚਿੱਠੀ ਤਾਂ ਲਿਖਤੀ, ਚਿੱਠੀ ਲਿਖੀਗੀ ਸਰਕਾਰ, ਇਹਦੇ ਉੱਤੇ ਕਰ ਸਕਦੀ ਹੈ। ਇਹ ਕਹਿ ਸਕਦੀ ਹੈ ਸਰਕਾਰ ਕਿ ਕਿਸਾਨਾਂ ਨੇ ਚਿੱਠੀ ਜ਼ਰੂਰ ਲਿਖੀ ਹੈ ਪਰ ਇਹਨਾਂ ਨੇ ਸਮਾਂ ਨਹੀਂ ਦਿੱਤਾ, ਪਰ ਅਸੀਂ ਫਿਰ ਵੀ ਸਮਾਂ ਦੇ ਰਹੇ ਹਾਂ। ਇਹ ਗੱਲ ਕਰਕੇ ਵੀ ਚਿੱਠੀ ਸਰਕਾਰ ਸਮਾਂ ਦੇ ਸਕਦੀ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ ਅਸੀਂ ਤਾਂ ਹਮੇਸ਼ਾ ਹੀ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ ਕਿਸਾਨਾਂ ਦੇ ਨਾਲ, ਜਦੋਂ ਮਰਜ਼ੀ ਆ ਕੇ ਗੱਲਬਾਤ ਕਰ ਲੈਣ। ਪਹਿਲੀ ਤਾਂ ਗੱਲ ਹੈ ਉਸ ਦਰਵਾਜ਼ੇ ਦੇ ਨੇ ਅਜੇ ਤੱਕ ਸਾਨੂੰ ਪਤਾ ਕਿਹੜੇ ਦਰਵਾਜ਼ੇ ਲੰਘ ਕੇ ਜਾਣਾ, ਇੱਕ ਗੱਲ। ਦੂਜੀ ਗੱਲ ਹੈ ਵੀ ਅਸੀਂ ਕਿੱਦਣ ਜਵਾਬ ਦਿੱਤਾ, ਕਿਸਾਨ ਜਥੇਬੰਦੀਆਂ ਨੇ ਕਿੱਦਣ ਜਵਾਬ ਖਾਨ ਸਾਹਿਬ ਦਿੱਤਾ ਵੀ ਅਸੀਂ ਨਹੀਂ ਆਉਂਦੇ। ਅਸੀਂ ਵੀ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਵੀ ਤਿਆਰ ਹਾਂ, ਜਦੋਂ ਮਰਜ਼ੀ ਬੁਲਾਓ ਅਸੀਂ ਆ ਜਾਂਦੇ ਹਾਂ। ਉਹ ਕਹਿੰਦੇ ਨੇ ਅਸੀਂ ਤਿਆਰ ਹਾਂ, ਜਦੋਂ ਮਰਜ਼ੀ ਆਉਣ, ਸਾਡੇ ਦਰਵਾਜ਼ੇ ਖੁੱਲੇ ਨੇ। ਕਿਹੜੇ ਦਰਵਾਜ਼ੇ ਲੰਘ ਕੇ ਜਾਈਏ ਸਮਝ ਨਹੀਂ ਆਉਂਦੀ। ਅਸ਼ਵਨੀ ਸ਼ਰਮਾ ਜੀ ਅੱਜ ਦੱਸ ਦੇਣ ਵੀ ਫਲਾਣਾ ਦਰਵਾਜ਼ਾ ਹੈ ਤੇ ਫਲਾਣਾ ਟਾਈਮ ਹੈ। ਨਾ ਫੋਨ ਕਾਲ ਦਾ ਨੰਬਰ ਦੱਸਿਆ ਗਿਆ, ਨਾ ਫਿਰ ਦਰਵਾਜ਼ਾ ਦੱਸਿਆ, ਨਾ ਦਰਵਾਜ਼ਾ ਦੱਸਿਆ ਗਿਆ, ਨਾ ਫੋਨ ਕਾਲ ਦਾ ਨੰਬਰ ਦੱਸਿਆ ਗਿਆ ਫੋਨ ਕਾਲ ਦਾ। ਤੇ ਗੱਲ ਗੋਲਮੋਲ ਕਰਦੇ ਨੇ। ਗੋਲਮੋਲ ਗੱਲਾਂ ਨਾਲ ਪੋਲੀਟੀਕਲੀ ਗੇਮ ਚੱਲ ਸਕਦੀ ਹੈ, ਲੇਕਿਨ ਕਿਸਾਨਾਂ ਨਾਲ ਨਹੀਂ ਚੱਲਣਾ। ਬਿਲਕੁਲ। ਜੇਕਰ ਤੁਹਾਡੇ ਤੇ ਸਰਕਾਰ ਵਿਚਕਾਰ ਕੋਈ ਵਿਚੋਲਾ ਪੈਂਦਾ ਤਾਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਸਾਨੂੰ ਵਿਚੋਲੀਏ ਦੀ ਲੋੜ ਨਹੀਂ, ਪਰ ਨਾ ਤੁਸੀਂ ਖੁਦ ਮਸਲੇ ਨੂੰ ਸਿਰੇ ਲਾ ਰਹੇ ਹੋ, ਨਾ ਵਿਚੋਲਾ ਕੋਈ ਪੈਂਦਾ ਤਾਂ ਵੀ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ। ਫਿਰ ਗੱਲ ਦਾ ਨਿਬੇੜਾ ਤਾਂ ਜਿਹੜਾ ਤੁਸੀਂ ਵੀ ਕਹਿ ਰਹੇ ਹੋ ਟੇਬਲ ਟਾਕ ਤੇ ਹੀ ਮੁੱਕਣੀ ਆ ਗੱਲ ਤਾਂ। ਨਹੀਂ, ਗੱਲ ਤਾਂ ਟੇਬਲ ਟਾਕ ਤੇ ਹੀ ਹੋਣੀ, ਪਰ ਮੈਨੂੰ ਅਜੇ ਵਿਚੋਲੇ ਬਾਰੇ ਨਹੀਂ ਪਤਾ ਲੱਗ ਸਕਿਆ। ਕੋਈ ਪਹਿਲਾਂ ਇੱਕ ਵਾਰਾਂ ਗੱਲ ਚੱਲੀ ਸੀ ਤੇ ਵੇਖੋ ਵਿਚੋਲਾ ਤਾਂ ਕਈ ਵਾਰ ਛੋਟੇ ਛੋਟੇ ਮਸਲੇ ਪਿੰਡਾਂ ਦੇ ਹੁੰਦੇ ਨੇ, ਇਹਨਾਂ ਵਿੱਚ ਵੀ ਬੰਦੇ ਪੈ ਜਾਂਦੇ ਨੇ। ਮੈਂ ਆਪਣਾ ਨਿੱਜੀ ਵਿਚਾਰ ਦੇਣਾ ਕਿ ਵਿਚੋਲੇ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਗਰ ਮਸਲਾ ਹੈ ਨਿਬੇੜਨ ਦਾ ਵੀ ਇਹ ਗੱਲ ਕਿਵੇਂ ਨਿਬੜਦੀ ਹੈ। ਵੇਖੋ 6 ਮਹੀਨੇ ਦਿੱਲੀ ਬੈਠਿਆਂ ਨੂੰ ਹੋ ਗਏ, ਪਹਿਲਾਂ 3-4 ਮਹੀਨੇ ਇੱਥੇ ਚੱਲਦਾ ਰਿਹਾ ਪ੍ਰੋਗਰਾਮ ਪੰਜਾਬ ਦੇ ਅੰਦਰ, ਹੁਣ 6 ਮਹੀਨੇ ਉੱਥੇ ਹੋ ਗਏ, ਸਾਲ ਹੋਣ ਵਾਲਾ ਹੋ ਚੱਲਿਆ ਇਸ ਮਸਲੇ ਨੂੰ ਛਿੜੇ ਨੂੰ। 5 ਜੂਨ ਤੋਂ ਸ਼ੁਰੂ ਹੋਇਆ ਸੀਗਾ ਤੇ ਕਿੰਨਾ ਕੁ ਚਿਰ ਲੰਬਾ ਚੱਲੂਗਾ। ਠੀਕ ਹੈ, ਜਿੱਦ ਜਿਹੜੀ ਉਹ ਬਹੁਤ ਪੱਕੀ ਹੋ ਚੁੱਕੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਸਾਰੇ ਵਰਗਾਂ ਦੀ, ਸਾਰਾ ਦੇਸ਼ ਇਕੱਠਾ ਹੋ ਗਿਆ ਇਸ ਮਸਲੇ ਉੱਤੇ। ਇਹ 2024 ਤੱਕ ਵੀ ਲਿਜਾ ਸਕਦੇ ਨੇ, ਪਰ ਦੱਸੋ ਉਹਦਾ ਫਾਇਦਾ ਕੀ ਹੈ। ਬਿਲਕੁਲ ਫਾਇਦਾ ਤਾਂ ਨਹੀਂ ਨਾ ਕੋਈ ਵੀ। ਨੁਕਸਾਨ ਕਿੰਨਾ ਹੋ ਰਿਹਾ, ਕਿੰਨਾ ਤੇਲ ਫੂਕਿਆ ਗਿਆ, ਕਿੰਨਾ ਇੱਥੋਂ ਪਾਣੀ ਜਾ ਕੇ ਉੱਥੇ ਪੀਤਾ ਗਿਆ। ਮੇਰਾ ਖਿਆਲ ਹੈ ਲੱਖਾਂ ਦੇ ਹਿਸਾਬ ਨਾਲ ਤਾਂ ਪਾਣੀਓ ਪੀ ਲਿਆ ਉੱਥੇ ਬੈਠ ਕੇ। 400 ਤੋਂ ਵੱਧ ਸ਼ਹੀਦੀਆਂ ਹੋ ਗਈਆਂ, 400 ਤੋਂ ਵੱਧ ਸ਼ਹੀਦੀਆਂ ਹੋ ਗਈਆਂ। ਕਿੱਧਰ ਨੂੰ ਜਾ ਰਹੀ ਹੈ ਇਹ ਗੇਮ, ਕਿੱਧਰ ਨੂੰ ਜਾ ਰਹੀ ਹੈ, ਦੇਸ਼ ਕਿੱਧਰ ਨੂੰ ਜਾ ਰਿਹਾ, ਸਾਡੇ ਲੀਡਰ ਕਿੱਥੇ ਸੁੱਤੇ ਪਏ ਨੇ। ਮੈਂ ਤਾਂ ਭਾਜਪਾ ਦੀ ਗੱਲ ਕਰਨਾ, ਭਾਜਪਾ ਦੇ ਪ੍ਰਧਾਨ ਮੰਤਰੀ 56 ਇੰਚ ਦੀ ਛਾਤੀ ਵਾਲੇ ਨੇ। ਉਹਨਾਂ ਨੂੰ ਇੱਥੇ 56 ਇੰਚ ਦੀ ਛਾਤੀ ਵਿਖਾਉਣੀ ਚਾਹੀਦੀ ਹੈ। ਉਹ ਸਾਰਿਆਂ ਨੂੰ ਲਾਂਭੇ ਕਰਨ। ਆਖਿਰ ਮੈਂ ਗੱਲ ਕਰਦਾ, ਪਰ ਭਾਜਪਾ ਲੀਡਰਾਂ ਨੇ ਤਾਂ ਹਜੇ ਵੀ ਤੇਵਰ ਉਹੀ ਨੇ। ਹਰਜੀਤ ਗਰੇਵਾਲ ਵਰਗੇ ਕਹਿੰਦੇ ਨੇ ਕਿ ਅਸੀਂ ਤਾਂ 117 ਦੀ 17 ਸੀਟਾਂ ਜਿੱਤਾਂਗੇ। ਚਲੋ ਸੀਟਾਂ ਜਿੱਤ ਲੈਣ, ਮੈਂ ਤਾਂ ਉਹ ਗਰੇਵਾਲ ਸਾਹਿਬ ਦੀ ਗੱਲ ਤੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਹਨਾਂ ਨੇ ਨਿਬੇੜਨਾ ਨਹੀਂ, ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਕੋਈ, ਐਵੇਂ ਸਮਾਂ ਗਵਾਉਣ ਵਾਲੀ ਗੱਲ ਆ। ਠੀਕ ਹੈ ਕਿ ਨਹੀਂ। ਗੱਲ ਆ ਕੇਂਦਰ ਸਰਕਾਰ ਦੀ। ਕੇਂਦਰ ਸਰਕਾਰ ਨੂੰ ਸਾਰੀਆਂ ਗੱਲਾਂ ਲਾਂਭੇ ਕਰਕੇ ਇੱਕ ਉੱਚੀ ਧੌਣ ਤੇ ਨੀਵੀਂ ਧੌਣ ਵਾਲੀ ਗੱਲ ਨੂੰ ਪਾਸੇ ਧਰ ਕੇ ਇਹ ਮਸਲੇ ਦਾ ਹੱਲ ਜਿਹੜਾ ਇਹ ਜ਼ਰੂਰ ਕਰਨਾ ਚਾਹੀਦਾ ਹੈ। ਇਹਨਾਂ ਲੋਕਾਂ ਨੇ, ਮੈਂ ਅੱਗੇ ਵੀ ਕਈ ਵਾਰ ਗੱਲ ਕਹੀ ਹੈ, ਇਹਨਾਂ ਲੋਕਾਂ ਨੇ ਇਹਨਾਂ ਨੂੰ ਰਾਜ ਭਾਗ ਤੇ ਬਿਠਾਇਆ। ਜਿਹੜੇ ਲੋਕ ਸਾਰੇ ਦੇਸ਼ ਦੇ ਅੰਦੋਲਨ ਵਿੱਚ ਬੈਠੇ ਨੇ ਨਾ, ਇਸ ਦੇ ਵਿੱਚ ਮੇਰਾ ਖਿਆਲ ਹੈ 50% ਤੋਂ ਉੱਤੇ ਲੋਕ ਉਹ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ। ਅੱਜ ਉਹਨਾਂ ਨੂੰ ਇਹ ਸੜਕਾਂ ਤੇ ਰੋਲਦੇ ਰਹਿਣੇ, ਕੱਲ ਨੂੰ ਇਹਨਾਂ ਨੂੰ ਉਹਨਾਂ ਕੋਲ ਜਾਣਾ ਨਹੀਂ, ਕਿਹੜੇ ਮੂੰਹ ਨਾਲੇ ਲੋਕਾਂ ਕੋਲ ਜਾਣਗੇ। ਇਸ ਕਰਕੇ ਇਹਨਾਂ ਨੂੰ ਨਿਬੇੜਨਾ ਚਾਹੀਦਾ। ਬੂਟਾ ਜੀ, ਸੁਣਨ ਦੇ ਵਿੱਚ ਆਇਆ ਕਿ ਤੁਹਾਡੇ ਨਾਲ ਵੀ ਕਿਸੇ ਭਾਜਪਾ ਦੇ ਸੀਨੀਅਰ ਮੰਤਰੀਆਂ ਦੀ ਗੱਲਬਾਤ ਹੁੰਦੀ ਆ, ਕਿੰਨੀ ਕੁ ਸੱਚਾਈ ਹੈ? ਵੇਖੋ ਗੱਲ ਕਰਨੀ ਚਾਹੁੰਦੇ ਨੇ, ਐਵੇਂ ਆਪਾਂ ਗੱਲ ਕੀ ਨਹੀਂ, ਮੈਂ ਕਦੀ ਮੁੱਕਰਿਆ ਨਹੀਂ ਗੱਲ। ਜੇ ਕੋਈ ਮੇਰੇ ਨਾਲ ਗੱਲ ਕਰਦਾ ਮੈਂ ਕਹਿਣਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਚਾਹੁੰਦੇ ਨੇ ਵੀ ਗੱਲ ਕਰੋ ਸਾਡੇ ਨਾਲ ਆ ਕੇ ਬੈਠ ਕੇ ਆਪਾਂ ਤਾਂ ਮਸਲੇ ਦਾ ਹੱਲ ਕਰ ਰਹੀਏ। ਵਿਚਾਰ ਰਹੇ ਹਾਂ ਅਸੀਂ। ਫਿਰ ਕਿਸਾਨ ਕਿਉਂ ਨਹੀਂ ਕਰ ਰਹੇ ਗੱਲ? ਵਿਚਾਰ ਰਹੇ ਤੇ ਚਰਚਾ ਹੋ ਰਹੀ ਹੈ, ਹੋ ਸਕਦਾ ਜਲਦੀ ਸਾਡੀ ਕੋਈ ਕਿਸੇ ਪਾਸੇ ਗੱਲ ਲੱਗੇ। ਚਰਚਾ ਚੱਲ ਰਹੀ ਹੈ, ਮੇਰੇ ਨਾਲ ਕਈ ਵਾਰ ਗੱਲ ਹੋ ਚੁੱਕੀ। ਸੀਨੀਅਰ ਆਗੂ ਦੀ ਮੈਂ ਨਾਂ ਨਹੀਂ ਉਹਨਾਂ ਦਾ ਲੈਣਾ ਚਾਹੁੰਦਾ, ਨਾ ਨਸ਼ਰ ਕਰਨਾ ਚਾਹੁੰਦਾ। ਉਹਨਾਂ ਨੂੰ ਗੱਲ ਉਹ ਕਰ ਰਹੇ ਨੇ ਵੀ ਇਹਨੂੰ ਆਪਾਂ ਬੈਠ ਕੇ ਨਿਬੇੜੀਏ ਕਿਸੇ ਢੰਗ ਦੇ ਨਾਲ। ਨਿਬੇੜਨ ਦਾ ਮਤਲਬ ਕੀ, ਯਾਨੀ ਕਿ ਪ੍ਰਪੋਜ਼ਲ ਦੇ ਨਾਲ ਨਿਬੇੜੀਏ ਜਾਂ ਫਿਰ ਤੁਹਾਡੀ ਮੰਗਾਂ ਦੇ ਨਾਲ ਨਿਬੇੜੀਏ? ਨਹੀਂ, ਵੇਖੋ ਗੱਲ ਇਸ ਤਰ੍ਹਾਂ ਹੈ। ਵੇਖੋ ਮੈਂ ਤਾਂ ਇੱਕ ਗੱਲ ਕਲੀਅਰ ਕਰਦਾ ਵੀ ਮਸਲਾ ਪਿੰਡ ਵਿੱਚ ਹੋਵੇ, ਛੋਟੇ ਤੋਂ ਛੋਟਾ, ਉਹ ਵੀ ਬਵਾਂਗੇ ਤਾਂ ਨਿਬੜੂਗਾ। ਠੀਕ ਹੈ ਕਿ ਨਹੀਂ। ਉਹਦੇ ਵਿੱਚ ਵੀ ਥੋੜਾ ਕਣਾ ਇੱਧਰ ਉੱਧਰ ਹੁੰਦਾ ਵਨ ਸਾਈਡ ਕਦੀ ਹੋਈ ਨਹੀਂ ਹੱਲ, ਹਨਾ। ਪਰ ਜਦੋਂ ਬੈਠਾਂਗੇ ਅਸੀਂ ਆਪਣੀ ਡਿਮਾਂਡ ਰੱਖੀ ਹੋਈ ਵੀ ਇਹਨਾਂ ਨੂੰ ਰੱਦ ਕਰ ਦਿਓ, ਦੇਸ਼ ਨੂੰ ਬਰਬਾਦ ਕਰ ਦੇਣ। ਪਰ ਤੁਸੀਂ ਕਹਿੰਦੇ ਹੋ ਇਹ ਰੱਦ ਕਰਾਉਣੇ ਅਸੀਂ, ਕੇਂਦਰ ਸਰਕਾਰ ਕਹਿੰਦੀ ਅਸੀਂ ਰੱਦ ਨਹੀਂ ਕਰਨੇ, ਫਿਰ ਮਸਲੇ ਦਾ ਹੱਲ ਕਿਵੇਂ ਨਿਬੜੇਗਾ? ਇਹੀ ਗੱਲ ਨਾ, ਜਦੋਂ ਬੈਠਾਂਗੇ ਟੇਬਲ ਟਾਕ ਹੋਊਗਾ, ਉਹਦੇ ਵਿੱਚ ਜੇ ਕੋਈ ਉਹ ਦੱਸਣਗੇ ਵੀ ਇੱਥੇ ਸਾਡਾ ਨੁਕਸਾਨ ਹੈ, ਅਸੀਂ ਤਾਂ ਆਪਣਾ ਦੱਸਤਾ ਉਹਨਾਂ ਨੂੰ ਸਾਰਾ। ਪਹਿਲਾਂ ਵੀ 10-11 ਵਾਰੀ ਹੋ ਗਿਆ, ਅਸੀਂ ਉਹਨਾਂ ਨੂੰ ਸਾਰਾ ਦੱਸਤਾ ਆਪਣਾ। ਠੀਕ ਹੈ ਨਾ। ਉਹ ਵੀ ਆਪਾਂ ਨੂੰ ਦੱਸਣਗੇ ਵੀ ਅਸੀਂ ਕਿਹੜੀ ਗੱਲ ਤੋੜਿਆ। ਅਸੀਂ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਨੂੰ ਕਹਿੰਦੇ ਰੱਦ ਕਰੋ, ਵੀ ਸਾਡਾ ਇੱਥੇ ਨੁਕਸਾਨ ਕਰ ਰਹੇ ਨੇ, ਸਾਡਾ ਵੀ ਕਰ ਰਹੇ ਨੇ, ਕਿਸਾਨ ਦਾ, ਮਜ਼ਦੂਰ ਦਾ, ਮੁਲਾਜ਼ਮ ਦਾ, ਛੋਟਾ ਵਪਾਰੀ, ਸਾਰੇ ਰਗੜੇ ਜਾਣਗੇ, ਜਿਹਦਾ ਦੇਸ਼ ਰਗੜਿਆ ਜੂ ਸਾਰਾ। ਤੇ ਉਹ ਵੀ ਦੱਸਣਗੇ, ਉਹਨਾਂ ਸਾਨੂੰ ਅਜੇ ਤੱਕ ਇਹ ਗੱਲ ਨਹੀਂ ਦੱਸ ਪਾਏ ਬਈ ਸਾਡਾ ਕਿੱਥੇ ਨੁਕਸਾਨ ਹੈ, ਸਰਕਾਰ ਦਾ ਨੁਕਸਾਨ ਕਿੱਥੇ, ਅਜੇ ਤੱਕ ਨੂੰ ਦੱਸ ਕੇ 11-12 ਕਹਿ ਰਹੇ ਨੇ ਫਾਇਦੇ ਨੇ, ਉਹ ਫਾਇਦੇ ਗਿਣਾਉਂਦੇ ਨੇ। ਅਸੀਂ ਉਹਨਾਂ ਨੂੰ ਨੁਕਸਾਨ ਗਿਣਾਤੇ। ਹੁਣ ਜੇ ਟੇਬਲ ਟਾਕ ਹੋਊਗਾ ਅਸੀਂ ਉਹਨਾਂ ਨੂੰ ਪੁੱਛਾਂਗੇ ਦੱਸੋ ਤੇ ਨੁਕਸਾਨ ਤੁਹਾਡਾ ਕੀ ਹੈ। ਜੇ ਤੁਹਾਡਾ ਨੁਕਸਾਨ ਹੀ ਕੋਈ ਨਹੀਂ, ਉਹਨਾਂ ਨੂੰ ਰੱਦ ਕਰ ਦਿਓ। ਕਿਸਾਨਾਂ ਵਾਸਤੇ ਬਣਾਏ ਕਾਨੂੰਨ ਕਿਸਾਨਾਂ ਨੂੰ ਫਿੱਟ ਨਹੀਂ ਪੈਂਦੇ, ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਨਾ। ਅਗਰ ਜੋ ਸਾਨੂੰ ਵਿਖਾਣਗੇ ਫਿਰ ਉੱਤੇ ਹੀ ਗੌਰ ਕਰ ਲਾਂਗੇ ਵੀ ਇੱਥੇ ਕਰਕੇ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ,
ਦੇਸ਼ ਦਾ ਨੁਕਸਾਨ ਹੋ ਰਿਹਾ, ਉਹ ਵੀ ਦੱਸਣਗੇ ਨਾ, ਫਿਰ ਉੱਤੇ ਹੀ ਗੌਰ ਕਰ ਸਕਦੇ ਹਾਂ। 56 ਇੰਚ ਵਾਲੇ ਆਗੂ ਸਾਡੇ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਜੇਕਰ ਇਹਨੂੰ ਕਲਾਵੇ ਦੇ ਵਿੱਚ ਲੈ ਕੇ ਆਪਣੇ ਢੰਗ ਨਾਲ ਲੋਕਾਂ ਨੂੰ ਰਾਜੀ ਕਰਕੇ ਤੋਰ ਦੇਣ ਤੇ ਉਹਨਾਂ ਦਾ ਵੀ ਇਤਿਹਾਸ ਲਿਖਿਆ ਜਾਊਗਾ, ਨਹੀਂ ਤਾਂ ਪੁੱਠੇ ਹਿਸਾਬ ਨਾਲ ਲਿਖਿਆ ਜਾਣਾ। ਉਸ ਤਰ੍ਹਾਂ ਜੇ ਸਹੀ ਕਰ ਦੇਣਗੇ ਲੋਕਾਂ ਨੂੰ, ਸਹੀ ਢੰਗ ਦੇ ਨਾਲ ਲੋਕਾਂ ਨੂੰ ਮੋੜ ਦੇਣ, ਰਾਜੀ ਕਰਕੇ ਮੋੜ ਦੇਣ, ਲੋਕ ਉਹਨਾਂ ਦੇ ਨਾਅਰੇ ਮਾਰਦੇ ਆਉਣ ਭਾਜਪਾ ਦੇ, ਜੇਕਰ ਰਾਜੀ ਕਰਕੇ ਤੁਰ ਲੋਕਾਂ ਦੇ ਭਾਜਪਾ ਦੇ ਨਾਂ ਦੇ ਨਾਅਰੇ ਮਾਰਦੇ ਆਉਣਗੇ, ਤੋਂ ਵੇਖ ਲਓ ਬੇਸ਼ੱਕ ਬੂਟਾ ਸਿੰਘ ਸ਼ਾਦੀਪੁਰ ਰੋਕੇ ਵੀ ਨਾਰੇ ਇਹਨਾਂ ਦੇ ਨਹੀਂ ਮਾਰਨੇ, ਲੋਕ ਧੱਕੇ ਨਾਲ ਮਾਰਨਗੇ ਜੇ ਲੋਕ ਦਿਲੋਂ ਰਾਜੀ ਹੋ ਗਏ, ਤੇ ਨਹੀਂ ਤੇ ਇਤਿਹਾਸ 'ਚ ਫਿਰ ਦੂਜੀ ਤਰ੍ਹਾਂ ਲਿਖਿਆ ਜਾਊਗਾ। ਠੀਕ ਹੈ ਨਾ, ਇਹ ਇਤਿਹਾਸ ਲਿਖਿਆ ਜਾਣਾ ਹੈ, ਜਿਹੜਾ ਵੀ ਜੋ ਰੋਲ ਅਦਾ ਕਰੂਗਾ ਉਹਦਾ ਲਿਖਿਆ ਜਾਣਾ। ਬਿਲਕੁਲ ਬੂਟਾ ਜੀ, ਗੱਲ ਕਹੀ ਜਾਂਦੀ ਹੈ ਕਿ ਏਕਾ ਤੇ ਸਬਰ ਜਿਤਾਉਂਦਾ। ਹੁਣ ਚਿੱਠੀ ਤਾਂ ਤੁਸੀਂ ਤੋਰਤੀ, ਕਿ ਸਬਰ ਵੀ ਦੇਖਣਾ ਪਰਖ ਰਹੇ ਨੇ ਉਹ, ਕਿ ਹਾਲੇ ਤੱਕ ਜਿਵੇਂ ਕੋਈ ਉਧਰੋਂ ਸੱਦਾ ਨਹੀਂ ਆਇਆ, ਹੁਣ ਤੁਸੀਂ ਸਬਰ ਰੱਖੋਗੇ ਜਾਂ ਫਿਰ ਕੇਂਦਰ ਸਰਕਾਰ ਆਪਣੀ ਕੋਈ ਚਿੱਠੀ ਦਾ ਜਵਾਬ ਨਹੀਂ ਦਿੰਦੀ, ਉਸ ਤੋਂ ਬਾਅਦ ਤੁਸੀਂ ਸਬਰ ਦਾ ਜਿਹੜਾ ਬੰਦ ਤੋੜ ਕੇ ਕੋਈ ਅਗਲੀ ਰਣਨੀਤੀ ਲਿਖੋਗੇ? ਨਹੀਂ ਵੇਖੋ, ਅਸੀਂ ਤਾਂ ਸਬਰ, ਜਿਹੜਾ ਸਾਡਾ ਸਬਰ ਆ ਇਹ ਸਰਕਾਰ ਪਰਖਦੀ ਏ, ਅਸੀਂ ਕਹਿੰਦੇ ਆ ਪਰਖੀ ਜਾਣ, ਕੋਈ ਦਿੱਕਤ ਨਹੀਂ ਸਾਨੂੰ, ਅਸੀਂ 2024 ਤੱਕ ਇਹਨੂੰ ਚਲਾ ਸਕਦੇ ਹਾਂ। 2024 ਤੋਂ ਲੰਮਾ ਸਮਾਂ ਤੇ ਇਹਨਾਂ ਕੋਲ ਹੈ ਨਹੀਂਗਾ। 2024 ਦੀਆਂ ਇਲੈਕਸ਼ਨਾਂ 'ਚ ਜੇਕਰ ਅੰਦੋਲਨ ਚੱਲਦਾ ਰਿਹਾ ਖਾਨ ਸਾਹਿਬ, 2024 ਚ ਲੋਕਾਂ ਨੇ ਇਹਨਾਂ ਨੂੰ ਘਰਾਂ 'ਚ ਨਹੀਂ ਵੜਨ ਦੇਣਾ, ਪਿੰਡਾਂ 'ਚ ਨਹੀਂ ਵੜਨ ਦੇਣਾ, ਸ਼ਹਿਰਾਂ 'ਚ ਨਹੀਂ ਵੜਨ ਦੇਣਾ, ਫਿਰ ਤਾਂ ਨਵੀਂ ਕੋਈ ਆਊਗੀ, ਜਿਹੜੀ ਆਊਗੀ ਉਹ ਫਿਰ ਵੇਖਾਂਗੇ ਉਹਦੇ ਨਾਲ ਕਿੱਦਾਂ ਨਿਬੜਿਆ ਜਾਂਦਾ ਸਾਤੋਂ। ਇਸ ਕਰਕੇ 2024 ਤੱਕ ਸਾਰੇ ਕਿਸਾਨ ਮਜ਼ਦੂਰ ਜਿਹੜੇ ਬਾਰਡਰਾਂ ਤੇ ਬੈਠੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਫਿਕਰ ਨਾ ਕਰੋ ਤੁਸੀਂ, ਅਸੀਂ 2024 ਤੱਕ ਇਹਨੂੰ ਲਿਜਾ ਸਕਦੇ ਹਾਂ। ਠੀਕ ਹੈ, ਇਸ ਕਰਕੇ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਨੂੰ ਜਲਦੀ ਨਿਬੇੜ ਦੇਣਾ ਚਾਹੀਦਾ। ਅਸੀਂ ਵੀ ਆਗੂ ਹਾਂ, ਸਾਡੀਆਂ ਜ਼ਿੰਮੇਵਾਰੀਆਂ ਨੇ ਬੜੀਆਂ, ਅਸੀਂ ਬਹੁਤ ਲੋਕਾਂ ਨੂੰ ਲਿਜਾ ਕੇ ਉੱਥੇ ਬਿਠਾਇਆ ਹੋਇਆ ਘਰਾਂ ਦੇ ਵਿੱਚੋਂ। ਸਰਕਾਰ ਕਰੋਨਾ ਦਾ ਰੌਲਾ ਪਾ ਰਹੀ ਹੈ, ਕਿੱਡਾ ਵੱਡਾ ਰੌਲਾ ਸਰਕਾਰ ਪਾਉਂਦੀ ਹੈ। ਮੈਂ ਇੱਕ ਦਿਨ ਅੱਗੇ ਵੀ ਤੁਹਾਡੇ ਕਿਸੇ ਚੈਨਲ ਤੇ ਗੱਲ ਕਹੀ ਵੀ ਜੇਕਰ ਸਰਕਾਰ ਕਰੋਨਾ ਦਾ ਇੰਨਾ ਡਰ ਹੈ, ਇੰਨੀ ਵੱਡੀ ਬਿਮਾਰੀ ਹੈ, ਤੇ ਸਰਕਾਰ ਕਿਉਂ ਨਹੀਂ ਫਰਾਕ ਦਿਲੀ ਵਿਖਾਉਂਦੀ, ਕਿਉਂ ਨਹੀਂ ਇਹਨੂੰ ਨਿਬੇੜ ਕੇ ਪਾਸੇ ਕਰਦੀ? ਲਓ ਜੀ, ਅਸੀਂ ਨਿਬੇੜਨਾ ਨਹੀਂ ਸੀ, ਸਾਡੀ ਵੱਡੀ ਜਿੱਤ ਸੀ ਨਾ, ਜਿੱਤ ਸੀ ਸਾਡੀ, ਤੇ ਇਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਸੀ ਜੇਕਰ ਅਸੀਂ ਰੱਦ ਕਰਦੇ ਹਾਂ। ਪਰ ਬਿਮਾਰੀ ਕਾਰਨ ਕਿਸਾਨਾਂ ਦੀ ਇੱਕ ਜਿੱਦ ਵੇਖ ਕੇ, ਕਿਸਾਨਾਂ ਦਾ ਅੜੀਅਲ ਵਤੀਰਾ ਬੇਸ਼ੱਕ ਸਾਨੂੰ ਕਹਿ ਦੇਣ ਵੇਖ ਕੇ ਜਾਂ ਕਾਨੂੰਨ ਰੱਦ ਕਰ ਦੇਣਾ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ, ਫਿਰ ਵੀ ਅਸੀਂ ਇਹ ਸਮਝਾਂਗੇ ਕਿ ਇਹਨਾਂ ਦਾ ਬਹੁਤ ਵੱਡਾ ਫਰਾਕ ਦਿਲੀ ਹੈ ਜਿਨ੍ਹਾਂ ਨੇ ਕਰਤਾ। ਪਰ ਇਹ ਕਰਨਾ ਚਾਹੀਦਾ ਹੈ। ਰੌਲਾ ਕਿੰਨਾ ਪਾ ਰਹੇ ਨੇ ਕਰੋਨਾ ਦਾ, ਉੱਥੇ ਕਿੰਨੇ ਲੋਕ ਬੈਠੇ ਨੇ, ਮੇਰਾ ਖਿਆਲ ਨਾਲ ਜੁੜਵੇਂ ਲੋਕ ਬੈਠੇ ਆ, ਪਰ ਉੱਥੇ ਦਾਤੇ ਦੀ ਅਜੇ ਕਿਰਪਾ ਹੈ। ਇਹ ਰੌਲਾ ਪਾਉਂਦੇ ਨੇ, ਗੱਲਾਂ ਕਰਦੇ ਨੇ, ਲੇਕਿਨ ਪੋਲੀਟੀਕਲ ਕੀ ਆਪਾਂ ਕਹਿੰਦੇ ਆ ਨੂੰ, ਪ੍ਰੈਕਟੀਕਲ ਨਹੀਂ ਕਰਨਾ ਚਾਹੁੰਦੇ। ਪ੍ਰੈਕਟੀਕਲ ਕਰਕੇ ਵਿਖਾਣ, ਆਖਣ ਲਓ ਜੀ ਕਿਸਾਨ ਮਜ਼ਦੂਰ ਦੇ ਮਰਨ ਦਾ ਡਰ ਹੈ ਇੱਥੇ, ਜਿੰਨੇ ਲੋਕ ਬੈਠੇ ਨੇ, ਅਸੀਂ ਇਹਨਾਂ ਨੂੰ ਰੱਦ ਕਰਦੇ। ਪਰ ਬੂਟਾ ਜੀ, ਗੱਲ ਤਾਂ ਇਹੀ ਹੈ ਨਾ, ਸਵਾਲ ਇਹ ਖੜੇ ਹੁੰਦੇ ਨੇ ਕਿ ਕਰੋਨਾ ਦੀ ਆੜ ਦੇ ਵਿੱਚ ਤਾਂ ਇਹ ਕਾਨੂੰਨ ਲਿਆਂਦੇ ਗਏ ਨੇ, ਇਹ ਬਿੱਲ ਜਦੋਂ ਲਿਆਂਦੇ ਗਏ ਸੀ ਆਰਡੀਨੈਂਸ ਸੀ, ਹੁਣ ਕਰੋਨਾ ਦਾ ਬਹਾਨਾ ਲਾ ਕੇ ਸੰਘਰਸ਼ ਖਤਮ ਕਰਨਾ ਚਾਹੁੰਦੇ ਨੇ। ਬਸ ਤੁਸੀਂ ਆਪ ਉਸ ਟਿਕਾਣੇ ਤੇ ਆ ਗਏ, ਇਹ ਮੈਂ ਕਹਿਣਾ ਸੀ, ਇਹ ਤੁਸੀਂ ਕਹਿਤਾ ਵੀ ਕਰੋਨਾ ਦੀ ਆੜ ਵਿੱਚ ਹੀ ਕਾਨੂੰਨ ਲਿਆਂਦੇ। ਬਿਲਕੁਲ, ਹੁਣ ਕਰੋਨਾ ਦੀ ਆੜ ਵੀ ਅੰਦਰ ਲੋਕ ਬੜੇ ਨੇ, ਫਟਾਫਟ ਲਾਗੂ ਕਰ ਦਈਏ। ਕਰੋਨਾ ਦੀ ਆੜ 'ਚ ਸਭ ਕੁਝ ਕੀਤਾ। ਹੁਣ ਮੇਰਾ ਕੋਈ ਸਾਥੀ ਦੱਸ ਰਿਹਾ ਹੈ, ਕਹਿੰਦੇ ਨੇ ਜੀ 18 ਜੂਨ ਤੋਂ ਸ਼ਾਇਦ ਇਹ ਕਰੋਨਾ ਖਤਮ ਹੋ ਰਿਹਾ। ਮੈਂ ਨਹੀਂ ਪੜਿਆ ਕਿਤੇ, ਹੁਣੇ ਕੋਈ ਦੱਸ ਰਿਹਾ ਹੈ ਮੈਨੂੰ। ਤੇ ਜੇ ਆਪਾਂ ਉਸ ਪਾਸੇ ਵੇਖੀਏ, ਜੇ 18 ਜੂਨ ਨੂੰ ਇਹਨੇ ਖਤਮ ਹੋ ਜਾਣਾ ਪਹਿਲਾਂ ਪਤਾ ਲੱਗ ਗਿਆ, ਤੇ ਫਿਰ ਮੇਰੇ ਖਿਆਲ ਦੇ ਮੁਤਾਬਕ ਸਾਰਾ ਕੁਝ ਹੀ ਕਰੋਨਾ ਦੀ ਆੜ ਥੱਲੇ ਹੋ ਰਿਹਾ ਸੀ ਤੇ ਬਦਨੀਤੀ ਨਾਲ ਹੋ ਰਿਹਾ ਸੀ। ਬੂਟਾ ਜੀ, 2024 ਤਾਂ ਦੂਰ ਆ, ਪਰ ਪੰਜਾਬ ਦੇ ਵਿੱਚ 2022 ਜਿਹੜੀ ਆ ਨੇੜੇ ਆ ਰਹੀ ਆ। ਪਰ ਸਵਾਲ ਇਹ ਵੀ ਉੱਠ ਰਹੇ ਨੇ ਕਿ ਜਿਵੇਂ ਅੰਦੋਲਨ ਦੇ ਵਿੱਚ ਜਿਹੜੇ ਲੀਡਰ ਨੇ, ਕਈ ਲੀਡਰ 2022 ਦੇ ਵਿੱਚ ਇਹਨਾਂ ਪਾਰਟੀਆਂ ਨਾਲ ਖੜੇ ਦਿਖਾਈ ਦੇਣਗੇ। ਵੇਖੋ, ਇਹ ਤਾਂ ਦੁਨੀਆ ਦੀਆਂ ਗੱਲਾਂ ਨੇ, ਜੇ ਲੋਕਾਂ ਦੀਆਂ ਗੱਲਾਂ ਨੇ, ਇਹਨਾਂ ਤੇ ਆਪਾਂ ਇੰਨਾ ਅਸਰ ਨਹੀਂ ਕਰ ਸਕਦੇ, ਨਾ ਇਹਨੂੰ ਆਪਾਂ ਕੋਈ ਸੱਚਾਈ ਮੰਨ ਸਕਦੇ ਹਾਂ। ਇਹ ਜਦੋਂ ਸਾਹਮਣੇ ਗੱਲ ਹੋਊਗੀ ਫਿਰ ਪਤਾ ਲੱਗਣਾ। ਅੱਜ ਸਾਡੀ ਨਿਗਾਹ ਜਿਹੜੀ ਕੇਵਲ ਤੇ ਕੇਵਲ ਅੰਦੋਲਨ ਉੱਤੇ ਆ, ਵੀ ਇਸ ਅੰਦੋਲਨ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਕਿਵੇਂ ਜਿਹੜੇ ਲੋਕਾਂ ਨੂੰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੇ ਲੈ ਕੇ ਗਏ ਆ ਉਹਨਾਂ ਨੂੰ ਆਪਾਂ ਆਪਣੇ ਘਰਾਂ ਤੱਕ ਕਿਵੇਂ ਲਿਜਾ ਸਕਦੇ ਆ। ਵੇਖੋ ਕਿੰਨੇ ਕਿਸਾਨ ਸ਼ਹੀਦ ਹੋ ਗਏ ਨੇ, ਉਹਨਾਂ ਪਰਿਵਾਰਾਂ ਦਾ ਵੇਖੋ ਕੀ ਬਣਿਆ, ਹਨਾ। ਉਹਨਾਂ ਪਰਿਵਾਰਾਂ ਦੇ ਅੰਦੋਲਨ ਜਿੰਨਾ ਮਰਜ਼ੀ ਵੱਡਾ ਚੱਲ ਜੇ, ਅੰਦੋਲਨ ਜਿਵੇਂ ਮਰਜ਼ੀ ਜਿੱਤ ਜੇ, ਅੱਜ ਬੇਸ਼ੱਕ ਉਹ ਬਹੁਤ ਸਖਤੀ ਨਾਲ ਲੋਕ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਨੇ, ਪਰ ਫਿਰ ਵੀ ਜਦੋਂ ਸਮਾਂ ਬੀਤਣ ਤੋਂ ਬਾਅਦ ਘਰ ਜਾਂਦੇ ਨੇ, ਆਖਰਕਾਰ ਤੇ ਇਹਦਾ ਅਸਰ ਉਹਨਾਂ ਦੇ ਉੱਤੇ ਬਾਅਦ ਚ ਹੋਣਾ, ਬਹੁਤ ਵੱਡਾ ਅਸਰ ਹੈ। ਪਰ ਸਰਕਾਰ ਤੇ ਨਹੀਂ ਹੋ ਰਿਹਾ, ਸਰਕਾਰ ਨੂੰ ਸੋਚਣਾ ਚਾਹੀਦਾ। ਬਿਲਕੁਲ, ਕਰੋਨਾ ਦੀ ਗੱਲ ਕੀਤੀ ਬੂਟਾ ਜੀ ਤੁਸੀਂ, ਅੰਦੋਲਨ ਦੇ ਵਿੱਚ ਕਿੰਨੀ ਕੁ ਪਾਲਣਾ ਹੋ ਰਹੀ ਹੈ ਨਿਯਮਾਂ ਦੀ? ਨਹੀਂ ਜੀ, ਉੱਥੇ ਤੇ ਲੋਕ ਸਾਨੂੰ ਨਹੀਂ ਲਾਣ ਦਿੰਦੇ ਆ, ਮਾਸਕ ਜਿਹਾ ਲਾ ਕੇ ਵਗ ਜਾਈਏ ਤੇ ਲਾ ਦਈਏ, ਲਾਓ ਯਾਰ, ਕਹਿੰਦੇ ਪਤਾ ਨਹੀਂ ਲੱਗਦਾ ਕਿਹੜਾ ਆ ਰਿਹਾ ਕਿਹੜਾ ਨਹੀਂ, ਲਾਉਣ ਨਹੀਂ ਦਿੰਦੇ, ਟੀਚਰਾਂ ਕਰਦੇ ਅੱਗੋਂ, ਕਿਸੇ ਨੇ ਮਾਸਕ ਨਹੀਂ ਲਾਇਆ। ਤੁਸੀਂ ਦੇਖਿਓ ਜਾ ਕੇ ਉੱਥੇ, ਹੁਣ ਤਾਂ ਚਲ ਤੁਹਾਨੂੰ ਕਾਫੀ ਦੇਰ ਹੋ ਗਈ ਆਇਆ ਨੂੰ, ਤੁਸੀਂ ਦੇਖੋ ਜਾ ਕੇ ਉਸੇ ਤਰ੍ਹਾਂ ਲੋਕ ਬੈਠੇ ਨੇ, ਕਿਸੇ ਨੂੰ ਲਾਉਣ ਹੀ ਨਹੀਂ ਦਿੰਦੇ ਮਾਸਕ। ਮੈਂ ਇੱਕ ਦਿਨ ਲਾ ਕੇ ਚਲਿਆ ਗਿਆ, ਅੱਗੋਂ ਬੰਦੇ ਆ ਗਏ 5-7 ਸਾਈਡ ਤੇ ਖੜੇ ਸੀ, ਉਹਨਾਂ ਹੱਥ ਮਾਰਿਆ, ਮੈਂ ਦੇਖਿਆ ਨਾ, ਅੱਗੋਂ ਭੱਜ ਕੇ ਆ ਗਏ, ਕਹਿੰਦੇ ਆ ਯਾਰ ਕੀ ਕਰੀ ਜਾਂਦੇ ਹੋ? ਮੈਂ ਕਿਹਾ ਯਾਰ ਰੌਲਾ ਬੜਾ ਪੈ ਰਿਹਾ, ਤੇ ਕਹਿੰਦੇ ਲਾਓ ਇਹਨੂੰ ਯਾਰ, ਐ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਬੰਦਾ ਲੰਘ ਗਿਆ, ਕਿਹਨੇ ਲਾਇਆ, ਕਹਿੰਦੇ ਉੱਥੇ। ਮਤਲਬ ਇਹੋ ਜਿਹੀ ਗੱਲ ਹੈ, ਉੱਥੇ ਕਿਸੇ ਨਹੀਂ ਲਾਇਆ, ਕੋਈ ਪਾਲਣਾ ਪੁੱਲਣਾ ਵਾਲੀ ਗੱਲ ਨਹੀਂ।
ਨਹੀਂ ਹੈਗੀ। ਲੋਕ ਕਹਿੰਦੇ ਨੇ ਹੈ ਹੀ ਕੁਝ ਨਹੀਂ, ਸਰਕਾਰ ਡਰਾਉਂਦੀ ਹੈ ਸਾਨੂੰ। ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਉੱਥੇ ਵੈਕਸੀਨੇਸ਼ਨ ਨੂੰ ਲੈ ਕੇ, ਜਿਵੇਂ ਕਹਿ ਰਹੇ ਨੇ ਕਿ ਵੈਕਸੀਨ ਲਵਾਈ ਜਾਵੇ, ਕਿਸਾਨਾਂ ਤੱਕ ਕੋਈ ਪਹੁੰਚ ਕੀਤੀ ਸਰਕਾਰ ਨੇ? ਨਹੀਂ, ਮੇਰੇ ਖਿਆਲ ਵੀ ਮੇਰੇ ਧਿਆਨ 'ਚ ਹੈ ਨਹੀਂ ਕੋਈ ਵੀ ਗੱਲ ਇਹੋ ਜੀ। ਜੇ ਕੋਈ ਹੋਊ ਤਾਂ ਦੂਜੇ, ਸ਼ਾਇਦ ਮੈਂ ਤਾਂ ਪੰਜਾਬ ਆਇਆ ਕਾਫੀ ਦੇਰ ਦਾ, ਪਰ ਮੇਰੇ ਖਿਆਲ ਦੇ ਮੁਤਾਬਕ ਅਜੇ ਤੱਕ ਸਰਕਾਰ ਨੇ ਕੁਝ ਨਹੀਂ ਇਹੋ ਜਿਹਾ ਕਰਿਆ, ਤੇ ਜੇ ਕਰੂਗੀ ਵੀ ਉੱਥੇ ਲਵਾਂਦਾ ਕੋਈ ਨਹੀਂ, ਉੱਥੇ ਨਹੀਂ ਕੋਈ ਇਸ ਪਾਸੇ ਨੂੰ ਤੁਰਦਾ। ਲੋਕਾਂ ਦਾ ਇੱਕ ਨਾ ਵਿਸ਼ਵਾਸ ਜਿਵੇਂ ਸਰਕਾਰ ਤੋਂ ਉੱਠ ਜਾਂਦਾ, ਲੋਕਾਂ ਦਾ ਵਿਸ਼ਵਾਸ ਉੱਠ ਗਿਆ ਵੀ ਜੇਕਰ ਸਰਕਾਰ ਨੇ ਸਾਨੂੰ ਕੋਈ ਗੋਲੀ ਵੀ ਦੇਤੀ, ਪਤਾ ਨਹੀਂ ਪੁੱਠੀ ਦੇ ਕੋਈ, ਹਨਾ। ਇਸ ਤਰ੍ਹਾਂ ਕਰਕੇ ਲੋਕਾਂ ਦਾ ਵਿਸ਼ਵਾਸ ਉੱਠਿਆ ਖੜਾ ਹੈ। ਲੋਕ ਸਰਕਾਰ ਨੂੰ ਪਹਿਲਾਂ ਮਸਲਾ ਹੱਲ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੋ ਸਕਦਾ ਵੈਕਸੀਨ ਲਵਾਉਣ ਜਾਂ ਨਾ ਲਵਾਉਣ, ਜਾਂ ਤੁਰ ਲੋਕੋ ਲੱਗ ਲਿਆ, ਪਹਿਲਾਂ ਮਸਲਾ ਹੱਲ ਕਰਨ, ਫਿਰ ਲੋਕ ਵਿਸ਼ਵਾਸ ਕਰਨਗੇ ਸਰਕਾਰ ਤੇ। ਹਰਿਆਣਾ ਦੇ ਵਿੱਚ ਕਿਸਾਨਾਂ ਦੇ ਲਾਠੀ ਚਾਰਜ ਹੋਇਆ, ਤੇ ਪਹਿਲਾਂ ਤਾਂ ਕਿਹਾ ਗਿਆ ਸੀ ਕਿ ਕੋਈ ਕਿਸੇ ਦੇ ਪਰਚਾ ਨਹੀਂ ਹੋਇਆ, 370 ਤੋਂ ਵੱਧ ਜਿਹੜੇ ਲੋਕਾਂ ਦੇ ਉੱਤੇ, ਕਿਸਾਨਾਂ ਦੇ ਪਰਚੇ ਦਰਜ ਕੀਤੇ। ਕਿਵੇਂ ਦੇਖਦੇ ਹੋ? ਨਹੀਂ, ਉਸ ਦਿਨ ਜਿਹੜੀ ਮੇਰੇ ਕੋਲ ਰਿਪੋਰਟ ਆਈ ਸੀ, ਅਗਲੇ ਦਿਨ ਉਹ ਤਾਂ ਇਹ ਹੋ ਗਿਆ ਸੀ ਵੀ ਸਾਰੇ ਕਿਸਾਨ ਰਿਆ ਕਰ ਦਿੱਤੇ, ਜਿਨ੍ਹਾਂ 'ਚ ਬੀਬੀਆਂ ਵੀ ਸਨ। 85 ਸੀਗੇ ਉਹ ਦਿਨ ਅਰੈਸਟ ਕਰੇ ਜਿਹੜੇ, 20 ਕੁ ਬੀਬੀਆਂ ਸੀ, 65 ਕੇ ਮੇਰੇ ਖਿਆਲ ਆਦਮੀ ਸੀਗੇ। ਤੇ ਉਹਦੇ 'ਚ ਇਹ ਆਇਆ ਵੀ ਰਾਜ ਸਮਝੌਤਾ ਹੋ ਗਿਆ ਸਰਕਾਰ ਨਾਲ, ਵੀ ਸਰਕਾਰ ਨੇ ਰਿਆ ਕਰਤੇ, ਜਿਹੜੇ ਵਹੀਕਲ ਫੜੇ ਤੇ ਉਹ ਵੀ ਰਿਆ ਕਰਤੇ, ਛੱਡਤੇ ਸਾਰੇ, ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰੂਗੀ। ਹੁਣ ਇਹ ਬਾਅਦ ਦੀ ਰਿਪੋਰਟ ਹੈ, ਪਰ ਉਸੇ ਟਾਈਮ ਦੀ ਰਿਪੋਰਟ ਹੈ ਜੀ। ਇਹ ਤਸ਼ੱਦਦ ਤਾਂ ਕੀਤੀ ਗਈ ਨਾ, ਤਸ਼ੱਦਦ ਕੀਤਾ ਉਹਨਾਂ ਨੇ। ਵੇਖੋ, ਇਹ ਸਰਕਾਰ ਦੀ ਧੱਕੇਸ਼ਾਹੀ ਹੈ। ਖੱਟਰ ਗਿਆ ਉੱਥੇ, ਖੱਟਰ ਨੂੰ ਉਹਨਾਂ ਨੇ ਰੋਕ ਲਿਆ, ਉੱਤਰ ਨਹੀਂ ਦਿੱਤਾ। ਜਦੋਂ ਕਿਸਾਨ ਇੰਨਾ ਗੁੱਸੇ ਵਿੱਚ ਹੈ, ਇਹ ਕਿਉਂ ਪ੍ਰੋਗਰਾਮ ਰੱਖਦੇ ਨੇ? ਇਹਨਾਂ ਨੂੰ ਕੈਂਸਲ ਕਰਨੇ ਚਾਹੀਦੇ ਨੇ ਆਪਣੇ ਪ੍ਰੋਗਰਾਮ। ਇਹ ਜਾਣ ਕੇ ਲੋਕਾਂ ਦੇ ਵਿੱਚ ਗੁੱਸਾ ਵਧਾ ਰਹੇ ਨੇ ਸਗੋਂ, ਇਸ ਕਰਕੇ ਇਹਨਾਂ ਨੂੰ ਇਹ ਪ੍ਰੋਗਰਾਮ ਨਹੀਂ ਰੱਖਣੇ ਚਾਹੀਦੇ ਪਿੰਡਾਂ ਦੇ ਵਿੱਚ। ਜਦੋਂ ਪਿੰਡਾਂ 'ਚ ਲੋਕ ਇਹਨਾਂ ਨੂੰ ਵੜਨ ਨਹੀਂ ਦਿੰਦੇ, ਡਿਪਟੀ ਸੀਐਮ ਨੂੰ ਨਹੀਂ ਵੜਦੇ, ਉਹਦਾ ਜਹਾਜ਼ ਨਹੀਂ ਉਤਰਦਾ, ਸੀਐਮ ਦਾ ਨਹੀਂ ਉਤਰਨ ਦਿੱਤਾ। ਜੇ ਕੋਈ ਐਮਐਲਏ ਜਾਂਦਾ ਉਹਨੂੰ ਨਹੀਂ ਵੜਨ ਦਿੰਦੇ। ਇੱਕ ਦਿਨ ਵਿਆਹ 'ਚ ਚੱਲਿਆ ਗਿਆ, ਇੱਕ ਦਿਨ ਐਮਐਲਏ ਇੱਕ ਸਗਨ ਦੇਣ ਵਾਸਤੇ, ਸਗਨ ਉਹਨਾਂ ਲੋਕਾਂ ਨੇ, ਉਹਦੀ ਬੁਰੀ ਹਾਲਤ ਲੋਕਾਂ ਨੇ ਕਰ ਦਿੱਤੀ, ਉਹਨੂੰ ਜਾਨ ਛਡਾਉਣੀ ਔਖੀ ਹੋ ਗਈ। ਇਸ ਕਰਕੇ ਭਾਜਪਾ ਨੂੰ ਮਸਲੇ ਹੱਲ ਕਰਕੇ ਇਹਨਾਂ ਲੋਕਾਂ ਨੂੰ ਕਲਾਵੇ 'ਚ ਲੈਣਾ ਚਾਹੀਦਾ, ਜੇਕਰ ਉਹਨਾਂ ਨੇ ਪਿੰਡਾਂ ਸ਼ਹਿਰਾਂ 'ਚ ਵਿਚਰਨਾ। ਬਿਲਕੁਲ। ਪੰਜਾਬ ਦੀ ਕੀ ਸਥਿਤੀ ਹੈ? ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚਿੱਠੀ ਲਿਖੀ ਗਈ ਆ ਕੇਂਦਰ ਸਰਕਾਰ ਨੂੰ, ਕਿਸਾਨਾਂ ਦੇ ਨਾਲ ਗੱਲਬਾਤ ਕਰਨ, ਪਰ ਤੁਸੀਂ ਤਾਂ ਕਿਹਾ ਹੋਇਆ ਕੋਈ ਸਿਆਸੀ ਸਾਨੂੰ ਕਿਸੇ ਦੀ ਲੋੜ ਨਹੀਂ, ਕਿਸੇ ਦੀ ਜ਼ਰੂਰਤ ਨਹੀਂ, ਪਰ ਉਹ ਆਪਣੀਆਂ ਸਿਆਸੀ ਜਿਹੜੀਆਂ ਰੋਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਨੇ। ਖਾਨ ਸਾਹਿਬ, ਰਾਜਸੀ ਪਾਰਟੀਆਂ ਆਪੋ ਆਪਣੇ ਪੱਤੇ ਛੱਡਦੀਆਂ ਪਈਆਂ, ਹਨਾ। ਚਿੱਠੀ ਲਿਖਣ ਨਾਲ ਕੀ ਹੋ ਜਾਊਗਾ? ਕੁਝ ਨਹੀਂ ਹੁੰਦਾ। ਮੈਂ ਇੱਕ ਗੱਲ ਕਹੀ ਹੈ, ਬੇਸ਼ੱਕ ਇਹਦੇ ਨਾਲ ਸਾਡੇ ਕਿਸਾਨ ਆਗੂ ਸਹਿਮਤ ਹੋਣ ਜਾਂ ਨਾ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਮੈਂ ਇੱਕ ਗੱਲ ਕਹਿੰਦਾ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਆਪਣਾ ਕੇਡਰ ਲੈ ਕੇ ਉੱਥੇ ਜਾ ਕੇ ਬਹਿ ਜਾਣਾ ਚਾਹੀਦਾ, ਮੋਰਚਿਆਂ ਦੇ ਵਿੱਚ ਬਹਿਣਾ ਚਾਹੀਦਾ। ਔਰ ਪੰਜਾਬ ਦੇ ਅੰਦਰ ਕੋਈ ਇਹਨਾਂ ਨੂੰ ਹਲਚਲ ਨਹੀਂ ਅਜੇ ਤੱਕ ਕਰਨੀ ਚਾਹੀਦੀ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਸਾਰੀਆਂ ਪਾਰਟੀਆਂ ਆਪੋ ਆਪਣਾ ਕੇਡਰ ਲੈਣ ਤੇ ਸਾਰੇ ਜਾ ਕੇ ਬਾਰਡਰਾਂ ਤੇ ਬੈਠਣ ਉੱਥੇ, ਵੀ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਰਾਜਸੀ ਰੈਲੀ, ਰਾਜਸੀ ਮੀਟਿੰਗ ਨਹੀਂ ਕਰਾਂਗੇ। ਅਸੀਂ ਉਹਨਾਂ ਚਿਰ ਉੱਥੇ ਬੈਠਾਂਗੇ ਅੰਦੋਲਨ ਤੇ। ਲੋਕਾਂ ਦਾ ਫੇਰ ਤੁਸੀਂ ਮੁਹਾਰ ਵੇਖੋ ਕਿੱਧਰ ਨੂੰ ਜਾਂਦਾ। ਬੂਟਾ ਜੀ, ਤੁਸੀਂ ਕਹਿ ਰਹੇ ਹੋ ਕਿ ਇਹ ਰਾਜਸੀ ਪਾਰਟੀਆਂ ਆਪਣੇ ਪੱਤੇ ਸੁੱਟ ਰਹੀਆਂ ਨੇ, ਕਿਤੇ ਆਉਣ ਵਾਲਾ ਸਮਾਂ ਜਿਹੜਾ ਆ ਸਿਆਸੀ ਜਮਾਤਾਂ ਦੀ ਭੇਟ ਤਾਂ ਨਹੀਂ ਚੜੂਗਾ? ਬਿਲਕੁਲ ਨਹੀਂ, ਬਿਲਕੁਲ ਇਹੋ ਜਿਹੀ ਨਹੀਂ ਗੱਲ ਹੋਊਗੀ ਕੋਈ ਵੀ। ਖਾਨ ਸਾਹਿਬ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਪਰਮਾਤਮਾ ਕਿਰਪਾ ਰੱਖੇ, ਤੰਦਰੁਸਤੀਆਂ ਦੇਵੇ ਸਭ ਨੂੰ। ਤੁਸੀਂ ਦੇਖੋਗੇ ਵੀ ਇਹ ਗੇਮ ਜਿਹੜੀ ਹੈ ਕਿਹੜੇ ਪਾਸੇ ਨੂੰ ਜਾਂਦੀ ਹੈ। ਲੋਕ, ਤੁਹਾਡੀ ਗੱਲ ਦੇ ਮੁਤਾਬਕ ਲੋਕ ਦੁਖੀ ਨੇ ਇਸੇ ਗੱਲ ਤੋਂ ਵੀ ਰਾਜਸੀ ਪਾਰਟੀਆਂ ਅੱਗੇ ਕਿਉਂ ਨਹੀਂ ਆਉਂਦੀਆਂ। ਜ਼ਬਾਨੀ ਤਾਂ ਕਹਿ ਰਹੀਆਂ, ਹੁਣ ਆਪ ਵਾਲੇ ਵੀ ਕਹੀ ਜਾਂਦੇ ਨੇ, ਕਦੀ ਦਿੱਲੀ ਵਾਲਿਆਂ ਦਾ ਗੁਣ ਗਾਈ ਜਾਂਦੇ ਨੇ, ਕਦੀ ਕੁਛ ਆ, ਉੱਥੇ ਕੋਈ ਚਮਕਦਾ ਨਹੀਂ। ਇਹਨਾਂ ਨੂੰ ਸਭ ਨੂੰ ਮੈਂ ਹੁਣ ਫੇਰ ਦੁਬਾਰੇ ਇਹ ਗੱਲ ਕਰਦਾ ਕਿ ਸਾਰਿਆਂ ਨੂੰ ਆਪੋ ਆਪਣਾ ਕੇਡਰ ਲੈ ਕੇ ਬੈਠ ਜਾਣਾ ਚਾਹੀਦਾ ਉੱਥੇ ਬਾਰਡਰਾਂ ਦੇ ਵਿੱਚ। ਭੀੜ ਜਿਹੜੀ ਹੈ ਤੂੰ ਕਈ ਗੁਣਾ ਵਧਾ ਦੇਣੀ ਚਾਹੀਦੀ ਹੈ, ਉਦੋਂ ਹੀ ਸਰਕਾਰ ਜਿਹੜੀ ਹੈ ਸਿੱਧੀ ਹੋ ਕੇ ਤੁਹਾਡੇ ਨਾਲ ਗੱਲ ਕਰੂਗੀ, ਮਸਲਾ ਹੱਲ ਹੋ ਜਾਊਗਾ। ਬਿਲਕੁਲ। ਬੂਟਾ ਜੀ, ਪਾਰਟੀਆਂ ਜਥੇਬੰਦੀਆਂ ਜਿਹੜੀਆਂ ਸਾਰੀਆਂ ਇੱਕ ਨੇ, ਪਰ ਜਿਹੜੇ ਪ੍ਰੋਗਰਾਮ ਅਲੱਗ-ਅਲੱਗ ਕਿਉਂ ਨੇ? ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਕਹਿ ਰਹੇ ਨੇ 28 29 ਤਰੀਕ 30 ਤਰੀਕ ਨੂੰ ਜਿਹੜਾ ਪਟਿਆਲਾ ਦੇ ਵਿੱਚ ਪ੍ਰੋਗਰਾਮ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਸ਼ੁਰੂ ਤੋਂ ਹੀ ਜਿਹੜੇ ਆ ਅਲੱਗ ਹੋ ਕੇ ਚੱਲਦੀ ਆ, ਫਿਰ ਏਕਾ ਕਿਉਂ ਨਹੀਂ? ਕਿਸਾਨ ਸੰਘਰਸ਼ ਕਮੇਟੀ ਜਿਹੜੀ ਹੈ ਨਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਜਥੇਬੰਦੀ ਜਿਹੜੀ ਹੈ ਉਹ ਉਹਦੇ ਵਾਲੀ ਆਪਣੇ ਵਾਲੀ ਪੰਧੇਰ ਵਾਲੀ, ਹਾਂ, ਉਹ ਸ਼ੁਰੂ ਤੇ ਲੱਗਿਆ ਤੇ ਪ੍ਰੋਗਰਾਮ ਇਹਦੇ ਵੀ ਲੱਗ ਨੇ, ਉਗਰਾਹਾਂ ਦੇ ਵੀ ਸ਼ੁਰੂ ਤੋਂ ਲੈ ਕੇ। ਉਹ ਸਾਡੇ ਚ ਤਾਲਮੇਲ ਚ ਹੈ, ਤਾਲਮੇਲ ਚ ਸਾਡੇ ਨਾਲ ਨੇ, ਪਰ ਇਹਦਾ ਫਾਇਦਾ ਕਿਤੇ ਨਾ ਕਿਤੇ ਸਰਕਾਰ ਨੂੰ ਜਾਂਦਾ ਨਾ। ਫਾਇਦਾ ਸਰਕਾਰ ਨੂੰ ਵਾਕਈ ਹੁੰਦਾ। ਅਸੀਂ ਇਹ ਗੱਲ ਕਰਦੇ ਹਾਂ ਕਿ ਸਾਰਿਆਂ ਨੂੰ ਇੱਕ ਮੁੱਠੀ ਹੋ ਕੇ ਬਹਿਣਾ ਚਾਹੀਦਾ, ਇੱਕੋ ਹੀ ਪ੍ਰੋਗਰਾਮ ਆਉਣਾ ਚਾਹੀਦਾ। ਜੇ ਪੰਜਾਬ ਦੇਣਾ ਤਾਂ ਵੀ, ਜੇ ਉਧਰ ਦੇਣਾ ਦਿੱਲੀ ਵੱਲ ਨੂੰ ਤੇ ਤਾਂ ਵੀ ਹੋਣਾ ਇੱਕ ਹੀ ਚਾਹੀਦਾ। ਇਹੋ ਜਿਹਾ ਪ੍ਰੋਗਰਾਮ ਨਾਲ ਵਾਕਿਆ ਹੀ ਕਿਤੇ ਨਾ ਕਿਤੇ ਜਾ ਕੇ ਅੰਦੋਲਨ ਨੂੰ ਸੱਟ ਵੱਜਦੀ, ਅੰਦੋਲਨ ਕਮਜ਼ੋਰ ਹੁੰਦਾ ਤੇ ਸਰਕਾਰ ਉਹਦਾ ਲਾਹਾ ਲੈਂਦੀ। ਇਹ ਨਹੀਂ ਹੋਣਾ ਚਾਹੀਦਾ, ਇੱਕ ਹੋਣਾ ਚਾਹੀਦਾ। ਬਿਲਕੁਲ। ਕਿੰਨੇ ਜਿਹੜੇ 400 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਤੁਸੀਂ ਉਹਨਾਂ ਪਰਿਵਾਰਾਂ ਦੇ ਨਾਲ ਕੋਈ ਮੁਲਾਕਾਤ ਕੀਤੀ? ਉਹਨਾਂ ਪਰਿਵਾਰਾਂ ਨੂੰ ਕੋਈ ਭਰੋਸਾ ਦਿੱਤਾ? ਕਿਉਂਕਿ ਸਰਕਾਰਾਂ ਦਾ ਪੱਲੇ ਝਾੜ ਦਿੰਦੀਆਂ ਨੇ। ਸਰਕਾਰਾਂ ਜੇਕਰ ਐਲਾਨ ਵੀ ਕਰਦੀਆਂ ਨੇ ਤਾਂ ਉਹ ਸਿਰਫ ਉਦੋਂ ਤੱਕ ਹੁੰਦੇ ਆ ਜਦੋਂ ਤੱਕ ਵੋਟਾਂ ਨੇ, ਜਦੋਂ ਤੱਕ ਸੱਤਾ ਦੇ ਵਿੱਚ ਆਉਣਾ ਹੁੰਦਾ। ਉਸ ਤੋਂ ਬਾਅਦ ਉਹ ਸਿਰਫ ਕਾਗਜ਼ਾਂ ਤੱਕ ਸੀਮਿਤ ਰਹਿ ਜਾਂਦੇ ਨੇ। ਵੇਖੋ, ਅਸੀਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਕਿਸੇ ਪਰਿਵਾਰ ਨਾਲ ਇਹੋ ਜਿਹਾ ਭਾਣਾ ਵਾਪਰੇ ਨਾ, ਹਨਾ। ਮਤਾਂ ਦੇ ਕਿੱਥੋਂ ਤੱਕ ਨੇ? ਹੁਣ ਸਰਕਾਰ ਨੇ 5 ਲੱਖ ਕਿਹਾ ਹੋਇਆ, 5 ਲੱਖ ਦੇ ਦੇਗੀ। ਕੋਈ ਹੋਰ ਗਿਆ ਰਾਜਸੀ ਪਾਰਟੀ ਵਾਲਾ, ਕੋਈ ਲੱਖ ਦੇ ਆ, ਕੋਈ 2 ਲੱਖ ਦੇ ਆ, ਬੜੀ ਗੱਲ ਹੈ 10 ਲੱਖ ਤੱਕ ਪਹੁੰਚ ਜੂਗਾ। ਪਰ 10 ਲੱਖ ਨਾਲ ਸਮਾਂ ਨਹੀਂ ਲੰਘਦਾ, ਜ਼ਿੰਦਗੀ ਲੰਘਾਉਣੀ ਉਹਦੇ ਬੱਚਿਆਂ ਨੇ, ਹਨਾ। ਤੇ
ਅਸੀਂ ਵੀ ਜਿਹੜੀਆਂ ਜਥੇਬੰਦੀਆਂ ਦੇ ਆਗੂ ਹੁੰਦੇ ਨੇ ਸਾਰੇ ਅਫਸੋਸ ਵੀ ਕਰਦੇ ਆ, ਉੱਥੇ ਪਹੁੰਚਦੇ ਆ। ਜਥੇਬੰਦੀਆਂ ਕੋਲ ਵੀ ਐਡਾ ਫੰਡ ਨਹੀਂ ਹੈਗਾ ਵੀ ਜਿਹੜਾ ਜਥੇਬੰਦੀਆਂ ਵੀ ਬੜੇ ਤਗੜੇ ਪੱਧਰ ਦੇ ਉੱਤੇ ਉਹਨਾਂ ਦੀ ਐਡੀ ਹੈਲਪ ਕਰ ਸਕਣ, ਹੈ ਕਿ ਨਹੀਂ। ਇਹ ਤਾਂ ਸਰਕਾਰਾਂ ਨੂੰ ਹੀ ਫਰਜ਼ ਬਣਦਾ, ਸਰਕਾਰਾਂ ਦਾ ਹੀ। ਸਰਕਾਰ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨੌਕਰੀ ਦੇਣ, ਉਹਨਾਂ ਦਾ ਕੋਈ ਘਰ ਦਾ ਰੁਜ਼ਗਾਰ ਚਲਾਉਣ ਵਾਸਤੇ ਇਹੋ ਜਿਹਾ ਇੰਤਜ਼ਾਮ ਕਰਨ, ਉਹਨਾਂ ਨੂੰ ਫੰਡ ਦੁੱਗਣੇ ਦੇਣ। 5 ਲੱਖ ਨਾਲ ਕੁਝ ਨਹੀਂ ਬਣਦਾ, ਘੱਟੋ ਘੱਟ 20-20 ਲੱਖ ਰੁਪਈਆ ਦੇਣ ਉਹਨਾਂ ਨੂੰ, ਮਾੜਾ ਮੋਟਾ ਰੁਜ਼ਗਾਰ ਜਿਹੜਾ ਉਹਨਾਂ ਦਾ ਚੱਲ ਸਕਦਾ ਹੈ। ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ, ਜੇ ਉਹਦੀ ਵਾਈਫ ਆ ਉਹ ਕਰ ਸਕਦੀ ਹੈ, ਉਹ ਉਹਦੇ ਯੋਗ ਆ ਉਹਨੂੰ ਦਿੱਤੀ ਜਾਵੇ, ਜਾਂ ਕੋਈ ਘਰ ਦਾ ਉਹਦਾ ਬੇਟਾ ਹੈ ਉਹਨੂੰ, ਜਾਂ ਉਹਦੀ ਲੜਕੀ ਹੈ, ਉਹੋ ਜਿਹੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਇਹਦੇ ਨਾਲ ਉਹ ਆਪਣਾ ਘਰ ਦਾ ਗੁਜ਼ਾਰਾ ਤੇ ਰੁਜ਼ਗਾਰ ਚਲਾ ਸਕਣ। ਇਹ ਜ਼ਰੂਰੀ ਹੈ। ਕਮੇਟੀ ਬਣਾਈ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਕਿ ਜਿਹੜੀ ਆ ਇਹਨਾਂ ਨੂੰ ਗੱਲਬਾਤ ਕਰੂਗੀ, ਨੌਕਰੀ ਦੀ ਆਸ ਜ਼ਰੂਰ ਵੱਜੀ। ਇੱਕ ਤੁਹਾਨੂੰ ਕਿੰਨੀ ਕੁ ਉਮੀਦ ਆ ਕਿ ਜਿਹੜੀ ਇੱਕ ਕਮੇਟੀ ਬਣਾਈ ਗਈ ਆ ਜਾਂ ਐਲਾਨ ਨੇ ਕਿ ਲੱਗਦਾ ਵਾਕਈ ਦੇ ਵਿੱਚ ਜਿਹੜੀ ਆ ਇਹਨਾਂ ਨੂੰ ਨੌਕਰੀਆਂ ਦਿੱਤੀ ਜਾਊਗੀ, ਕੋਈ ਮਦਦ ਦਿੱਤੀ ਜਾਵੇਗੀ? ਵੇਖੋ, ਆਪਾਂ ਇਹ ਗੱਲ ਕਰਦੇ ਹਾਂ ਵੀ ਜੀਵੇ ਆਸਾ ਮਰੇ ਨਰਾਸਾ। ਜੇ ਕੋਈ ਕਮੇਟੀ ਬਣਾਉਂਦੀ ਹੈ ਸਰਕਾਰ, ਆਸਥਾ ਉੱਤੇ ਕਰਨੀ ਚਾਹੀਦੀ ਹੈ, ਤੇ ਜੇ ਨਹੀਂ ਆਊਗੀ ਲੋਕ ਉਹ ਫਿਰ ਤੁਹਾਨੂੰ ਪਤਾ ਉਲਟੇ ਬੰਨੇ ਹੋ ਜਾਂਦੇ ਨੇ। ਪਰ ਜੇਕਰ ਸਰਕਾਰ ਨੇ ਕਮੇਟੀ ਬਣਾਈ ਹੈ ਤੇ ਸਰਕਾਰ ਨੂੰ ਸੀਰੀਅਸ ਹੋ ਕੇ ਉਹਦੇ ਉੱਤੇ ਪੂਰੀ ਗੌਰ ਕਰਨੀ ਚਾਹੀਦੀ ਹੈ। ਇਹ ਨਾ ਹੋਵੇ ਕਮੇਟੀ ਬਣਾਈ ਤੇ ਉਹਦੇ ਡੱਬੇ 'ਚ ਪਈ ਰਵੇ, ਰੱਦੀ ਵਾਲੇ ਟੋਕਰੇ 'ਚ, ਉੱਥੇ ਨਾ ਪਈ ਰਵੇ। ਇਹਦੇ ਉੱਤੇ ਗੌਰ ਕਰਕੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਬੂਟਾ ਜੀ, ਇੱਕ 26 ਤਰੀਕ ਨੂੰ ਜਿਹੜੀ ਆ ਹਿੰਸਾ ਹੋਈ ਸੀ ਲਾਲ ਕਿਲੇ ਦੀ, ਉਸ ਮਾਮਲੇ ਦੇ ਉੱਤੇ ਫਿਰ ਤੋਂ ਜਿਹੜੀ ਆ ਦਿੱਲੀ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਆ। ਦੀਪ ਸਿੱਧੂ ਵੀ ਮੁੱਖ ਮੁਲਜ਼ਮ ਸੀ ਉਸ ਦੇ ਵਿੱਚ, ਲੱਖਾ ਸਿਧਾਣਾ ਹਾਲੇ ਤੱਕ ਗ੍ਰਿਫਤ ਦੇ ਵਿੱਚੋਂ ਬਾਹਰ ਆ। ਕੀ ਲੱਗਦਾ ਹੁਣ ਦਿੱਲੀ ਪੁਲਿਸ ਐਕਸ਼ਨ ਦੇ ਵਿੱਚ ਮੁੜ ਤੋਂ ਆ ਰਹੀ ਆ? ਉਹਦੇ 'ਚ ਕੀ ਮੈਨੂੰ ਥੋੜਾ ਜਿਹਾ ਦੱਸ ਦਿਓ ਵਿਸਤਾਰ 'ਚ, ਮੈਨੂੰ ਪਤਾ ਨਹੀਂ। ਬਿਲਕੁਲ, ਚਾਰਜਸ਼ੀਟ ਦਾਖਲ ਕੀਤੀ ਹੈ। ਜਿਹੜੇ ਕਿਸਾਨ ਨੇ ਉਹ ਜਿਹੜੇ ਦੀਪ ਸਿੱਧੂ ਦਾ ਨਾਮ ਵੀ ਸੀ, ਹੋਰਾਂ ਦਾ ਨਾਮ ਵੀ ਇਹਨਾਂ ਦੇ ਵਿੱਚ, ਕਈ ਕਿਸਾਨ ਲੀਡਰਾਂ ਦਾ ਨਾਮ ਵੀ ਆ ਉਹਨਾਂ ਦੇ। ਚਾਰਜਸ਼ੀਟ ਦਾਖਲ ਕੀਤੀ ਇਹਨਾਂ ਨੇ ਦਿੱਲੀ ਪੁਲਿਸ ਨੇ। ਉਹ ਵੇਖੋ, ਇਹ ਤਾਂ ਸਰਕਾਰ ਦਾ ਇੱਕ ਰਵੱਈਆ ਦਬਾਅ ਬਣਾਉਣ ਦਾ, ਅੰਦੋਲਨ ਦੇ ਉੱਤੇ, ਅੰਦੋਲਨ ਨੂੰ ਕਮਜ਼ੋਰ ਕਰਨ ਦਾ, ਲੀਡਰਾਂ ਨੂੰ ਡਰਾਉਣ ਦਾ। ਇਹ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਨੇ। ਚਲੋ ਕੋਈ ਦਿੱਕਤ ਨਹੀਂ, ਉਹਦਾ ਚੱਲੀ ਜਾਂਦਾ ਕੰਮ ਜਿਵੇਂ ਸਰਕਾਰ ਚਲਾ ਰਹੀ ਹੈ। ਪਰ ਮੇਰੇ ਖਿਆਲ ਦੇ ਮੁਤਾਬਕ ਸਰਕਾਰ ਨੂੰ ਜਿੰਨਾ ਉਧਰ ਧਿਆਨ ਦੇ ਰਹੀ ਹੈ, ਪੁਲਿਸ ਨੂੰ ਮਜ਼ਬੂਤ ਕਰ ਰਹੀ ਵੀ ਆਹ ਕਰੋ ਉਹ ਕਰੋ, ਉਧਰੋਂ ਧਿਆਨ ਹਟਾ ਕੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਨੇ। ਰੱਦ ਕਰਕੇ ਇਹਨਾਂ ਲੋਕਾਂ ਨੂੰ ਫ੍ਰੀ ਕਰਨਾ ਚਾਹੀਦਾ ਤੇ ਸਰਕਾਰ ਵੀ ਟੈਨਸ਼ਨ ਫ੍ਰੀ ਹੋ ਕੇ ਆਪਣੇ ਕੰਮ ਕਰੇ। ਸਰਕਾਰ ਵੀ ਬੁਰੀ ਕਸੂਤੀ ਫਸੀ ਵੀ ਹੈ। ਸੋਚ ਸਰਕਾਰ ਵੀ ਰਹੀ ਹੋਗੀ ਵੀ ਬਣੇਗਾ ਕੀ ਹੁਣ। ਉਹਨਾਂ ਚਿਰ ਜਦੋਂ ਕਿਸੇ ਦੇ ਦਿਮਾਗ ਤੇ ਬੋਝ ਹੋਵੇ ਨਾ, ਕੰਮ ਉਹ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ। ਜਾਏਗਾ ਇੱਕ ਪਾਸੇ ਨੂੰ ਤਾਂ ਧਿਆਨ ਦੂਜੇ ਪਾਸੇ ਨੂੰ ਨਹੀਂ ਹੁੰਦਾ। ਇਸ ਕਰਕੇ ਸਰਕਾਰ ਨੂੰ ਫ੍ਰੀ ਹੋਣਾ ਚਾਹੀਦਾ ਔਰ ਇਹਨਾਂ ਲੋਕਾਂ ਨੂੰ ਫ੍ਰੀ ਕਰਕੇ ਆਪੋ ਆਪਣੇ ਘਰਾਂ 'ਚ ਭੇਜਣਾ ਚਾਹੀਦਾ। ਸਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਉਸ ਤੋਂ ਭੱਜ ਰਹੀ ਹੈ, ਸਰਕਾਰ ਉੱਤੇ ਖਰੀ ਨਹੀਂ ਉਤਰ ਰਹੀ। ਬਿਲਕੁਲ। ਇੱਕ ਰਾਕੇਸ਼ ਟਕੈਤ ਦੇ ਉੱਤੇ ਜਿਹੜੇ ਹਮਲੇ ਹੋਏ ਨੇ, ਬੀਤੇ ਦਿਨੀ ਹਮਲੇ ਹੋਏ ਸੀ, ਪਹਿਲਾਂ ਹਮਲੇ ਹੋਏ ਨੇ, ਉਸ ਤੋਂ ਬਾਅਦ ਹੁਣ ਜਾਨੋਂ ਮਾਰਨ ਦੀ ਫਿਰ ਤੋਂ ਉਹਨਾਂ ਨੂੰ ਇੱਕ ਧਮਕੀ ਆਈ ਹੈ। ਫੋਨ ਕਾਲ ਉਹਨਾਂ ਨੂੰ ਆਈ ਸੀ ਕਿ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ। ਕੱਲੇ ਰਾਕੇਸ਼ ਟਕੈਤ ਨੂੰ ਹੀ ਜਿਹੜੀਆਂ ਇਹੋ ਜਿਹੇ ਹਮਲੇ ਹੁੰਦੇ ਨੇ, ਅਜਿਹੀ ਰਾਕੇਸ਼ ਟਕੈਤ ਨੂੰ ਹੀ ਧਮਕੀ ਭਰੇ ਫੋਨ ਆਉਂਦੇ ਨੇ, ਕਿਉਂ? ਉਹ ਸੀਨੀਅਰ ਆਗੂ ਹੈ ਜੀ ਸਾਡਾ, ਉਹਦੇ ਵਿੱਚ ਕੀ ਪਤਾ ਲੱਗਦਾ। ਕੋਈ ਕਈ ਵਾਰਾਂ ਨਾ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਕਈ ਵਾਰਾਂ ਇਹੋ ਜਿਹਾ ਜਿਹੜਾ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਲੋਕ ਆਪਣੀਆਂ ਦੁਸ਼ਮਣੀਆਂ ਵੀ ਕੱਢਣ ਲੱਗ ਜਾਂਦੇ ਨੇ। ਤੇ ਕਈ ਵਾਰ ਅਗਲਾ ਸੋਚਦਾ ਵੀ ਅੱਗੇ ਵਧ ਰਿਹਾ, ਇਹਨੂੰ ਆਪਾਂ ਨਿਬੇੜ ਦਈਏ। ਕਈ ਇਹੋ ਜਿਹੇ ਹੋ ਸਕਦੇ ਨੇ। ਬਾਕੀ ਇਹਦੇ ਬਾਰੇ ਪਤਾ ਨਹੀਂ ਕੋਈ ਕੌਣ ਇਹ ਧਮਕੀਆਂ ਦੇ ਰਿਹਾ। ਉਹਨਾਂ ਨੇ ਉਹਦੀ ਨਿਕਲ ਆਊਗੀ ਕਾਲ ਡਿਟੇਲ ਦੇ ਉੱਤੋਂ ਤੇ ਪਤਾ ਲੱਗ ਜਾਊਗਾ ਵੀ ਕਿਹੜਾ ਬੰਦਾ ਹੈ ਤੇ ਉਹ ਵੀ ਕਲੀਅਰ ਹੋ ਜਾਊਗਾ ਕੌਣ ਆ। ਯਾਨੀ ਕਿ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ। ਤੁਸੀਂ ਮੰਨਦੇ ਹੋ ਕਿ ਸਾਰਾ ਕੁਝ ਅੰਦੋਲਨ ਨੂੰ ਫੇਲ ਕਰਨ ਦੇ ਲਈ ਹੋ ਰਿਹਾ ਹੈ? ਸਾਰਾ ਕੁਝ ਤਾਂ ਚੱਲਦਾ ਤਾਂ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ। ਜਦੋਂ ਪਿੱਛੇ ਉਹ ਜਾ ਰਹੇ ਸੀ ਕਿਤੇ ਲੈ ਕੇ ਉਹਨਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਸੀ, ਠੀਕ ਹੈ ਨਾ। ਉਹ ਜਿਸ ਦਿਨ ਦਾ 26 ਜਨਵਰੀ ਤੋਂ ਬਾਅਦ ਸਰਕਾਰ ਉਠਾਉਣ ਲੱਗੀ ਹੈ, ਸਾਰੇ ਬਾਰਡਰਾਂ ਨੂੰ ਖਾਲੀ ਲੱਗੀ ਹੈ ਕਰਾਉਣ, ਤੇ ਉਸ ਬਾਰਡਰ ਤੇ ਗਏ ਨੇ ਇਹਦੇ ਰਾਕੇਸ਼ ਟਕੈਤ ਵਾਲੇ ਤੇ ਉਹ ਜਦੋਂ ਰੋਇਆ, ਇਹ ਵੀ ਕੁਦਰਤ ਦਾ ਕ੍ਰਿਸ਼ਮਾ ਸੀ। ਬਿਲਕੁਲ ਜੀ। ਉਹ ਰੋਇਆ ਜਦੋਂ, ਉਹਦੇ ਅਥਰੂ ਜਿਹੜੇ ਸੀ ਉਹ ਫਿਰ ਹੜ ਬਣੇ ਹਨਾ। ਉਹ ਉਸ ਦਿਨ ਤੋਂ ਬਾਅਦ ਉਹ ਹਾਈਲਾਈਟ ਹੋਇਆ ਬਹੁਤ ਜ਼ਿਆਦਾ। ਬਿਲਕੁਲ। ਤੇ ਉਸ ਤੋਂ ਬਾਅਦ ਲੋਕ ਉਹਦੇ ਮਗਰ ਲੱਗਿਆ ਵੀ ਇਹਨੂੰ ਕਮਜ਼ੋਰ ਕੀਤਾ ਜਾਵੇ ਤੇ ਇਹਦੇ ਨਾਲ ਅੰਦੋਲਨ ਜਿਹੜਾ ਉਹ ਸਾਰਾ ਕਮਜ਼ੋਰ ਹੋਊਗਾ। ਸਰਕਾਰ ਦੀ ਇਹ ਪਾਲਿਸੀ ਹੈ ਕੋਈ। ਬਿਲਕੁਲ। ਆਖਰੀ ਸਵਾਲ ਬੂਟਾ ਜੀ, ਕਿ ਕਾਨੂੰਨ ਰੱਦ ਹੋਣਗੇ ਜਾਂ ਫਿਰ ਤੁਹਾਡੇ ਵੱਲੋਂ ਕੋਈ ਸਮਝੌਤਾ ਕੀਤਾ ਜਾਊਗਾ? ਅਸੀਂ ਤਾਂ ਕਾਨੂੰਨ ਰੱਦ ਕਰਾਉਣ ਵਾਸਤੇ ਬੈਠੇ ਆ ਜੀ। ਅੱਜ ਕਰ ਦੇਣ, ਕੱਲ ਕਰ ਦੇਣ ਜਾਂ 2024 ਦੇ ਨੇੜੇ ਜਾ ਕੇ ਕਰ ਦੇਣ। ਜਦੋਂ ਰੱਦ ਕਰਨਗੇ ਉਦੋਂ ਵਾਪਸ ਮੁੜਾਂਗੇ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ। ਮਿਹਰਬਾਨੀ ਜੀ। ਸੋ ਇਹ ਸੀ ਬੂਟਾ ਸਿੰਘ ਸ਼ਾਦੀਪੁਰ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਬੈਠੇ ਹਾਂ ਤੇ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ। ਤੁਸੀਂ ਵੀ ਉੱਥੇ ਬਾਰਡਰਾਂ ਤੇ ਬੈਠੇ ਹੋਏ ਕਿਸਾਨਾਂ ਦੀ ਤਰਾਸ਼ਦੀ ਜ਼ਰੂਰ ਦੇਖੀ ਹੋਣੀ। ਤਪਦੀ ਧੁੱਪ ਦੇ ਵਿੱਚ ਵੀ ਕਿਸਾਨ ਉੱਥੇ ਬੈਠੇ ਸੀ, ਹਨੇਰੀ ਦੇ ਵਿੱਚ ਵੀ ਬੈਠੇ ਸੀ, ਮੀਂਹ ਵੀ ਆਇਆ ਉੱਥੇ, ਪਰ ਪੂਰੀ ਠੰਡ ਦੀਆਂ ਰਾਤਾਂ ਵੀ ਕਿਸਾਨਾਂ ਨੇ ਉੱਥੇ ਕੱਟੀਆਂ। ਪਰ ਹਾਲੇ ਤੱਕ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਆ ਉਹੀ ਦੇਖਣ ਨੂੰ ਮਿਲ ਰਿਹਾ। ਉਮੀਦ ਕਰਦੇ ਹਾਂ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ, ਤਰਾਸ਼ਦੀਆਂ ਦੇਖਣ ਨੂੰ ਮਿਲ ਰਹੀਆਂ, ਜਲਦੀ ਆਪਣੀਆਂ ਮੰਗਾਂ ਮਨਵਾ ਕੇ ਆਪਣੇ ਆਪਣੇ ਘਰਾਂ ਨੂੰ ਜਾਣ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦਾ ਤੇ ਚਰਚਾ ਕਰਨ ਦੇ ਲਈ ਮਿਲਦੇ ਹਾਂ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।